ਰਿਕਾਰਡ ਕੀਤਾ ਸੀ ਭਾਈ ਕਦਮ ਮੈਂ ਕੋਕ ਸਟੂਡੀਓ ਦਾ ਸੁਣਿਆ ਸੀ। ਅੱਛਾ ਸੁਣਾਇਓ ਫਿਰ ਹੁਣ। ਸੋਹਣੀ ਧਰਤੀ ਅੱਲਾ ਰੱਖੇ ਕਦਮ ਕਦਮ ਆਬਾਦ ਕਦਮ ਕਦਮ ਆਬਾਦ ਤੁਝੇ ਕਦਮ ਕਦਮ ਵਾਹ ਸੁਭਾਨ ਅੱਲਾਹ शुक्रिया। ਸੁਭਾਨ ਅੱਲਾਹ। आओ जी आओ गया इधर देखिए सामने इधर सामने ओके जी ਵੈਸੇ ਤਾਂ ਆਪਾਂ ਗੱਲ ਕਰਦੇ ਹਾਂ ਫੋਟੋ ਸ਼ੋਟੋ ਬਣਵਾਉਂਦੇ ਹਾਂ ਕੀ ਹੋਰ ਆ ਰਿਹਾ ਅੰਦਰ ਉਹ ਵੀ ਨਾਲ ਚੱਲਦੇ ਤੇ ਸਾਂਝੀਆਂ ਇਬਾਦਤਾਂ ਸਾਂਝੀ ਅਰਦਾਸ ਸੱਚ ਉਹ ਸਾਂਝੀਆਂ ਇਬਾਦਤਾਂ ਤੇ ਸਾਂਝੀ ਅਰਦਾਸ ਇੱਕ ਕੋਈ ਪਰਿਵਾਰ ਬੈਠਾ ਇੱਕ ਕੋਈ ਪਰਿਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਭਲੇ ਮੀਆਂ ਮੁਹੱਬਤਾਂ ਦੀ ਚੱਲ ਪਈਏ ਲਹਿਰ ਜੀ। ਤੇ ਪਹਿਲੇ ਦਿਨ ਜਿਸ ਤਰੀਕੇ ਦੇ ਨਾਲ ਅੱਜ ਸਾਈਂ ਜ਼ਹੂਰ ਸਾਹਿਬ ਨੇ ਆਪਣੀ ਗਾਇਕੀ ਦਾ ਰੰਗ ਬੰਨ੍ਹਿਆ, ਜਿਸ ਤਰੀਕੇ ਦੇ ਨਾਲ ਅੱਜ ਕੁੜੀਆਂ ਤੇ ਮੁੰਡਿਆਂ ਨੇ ਗਿੱਧੇ ਤੇ ਭੰਗੜੇ ਦਾ ਰੰਗ ਪੇਸ਼ ਕੀਤਾ, ਬਹੁਤ ਕਮਾਲ ਦਾ ਭੰਗੜਾ ਸੀ, ਬੜਾ ਸੋਹਣਾ ਗਿੱਧਾ ਸੀ। ਪਹਿਲਾ ਦਿਨ ਬਾਕਮਾਲ ਸੀ। ਸਾਈਂ ਜ਼ਹੂਰ ਜੀ ਵਾਲਾ ਸੀਗਾ। ਸਾਈਂ ਜ਼ਹੂਰ ਜੀ ਇਸ ਉਮਰ ਦੇ ਵਿੱਚ ਕਿਆ ਕਮਾਲ ਦਾ ਰੰਗ ਦੇ ਕੇ ਗਏ ਨੇ। ਦੌਰ ਦੇ ਨਾਲ ਨਾਲ 90 ਸਾਲ ਦੀ ਉਮਰ ਤੇ 90 ਸਾਲ ਦੀ ਉਮਰ ਦੇ ਵਿੱਚ ਕਿਆ ਕਮਾਲ ਦਾ ਰੰਗ ਹੈ। ਉਹ ਤੁਸੀਂ ਜਿਹੜਾ ਸਾਂਭ ਕੇ ਰੱਖਿਆ ਨਾ ਉਹ ਚੀਜ਼, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਕੋਈ ਵੀ ਜਿਹੜਾ ਕਲਾਕਾਰ ਆ ਉਹਦੇ ਲਈ ਇੱਕ એનર્ਜੀ, ਉਹਦੇ ਲਈ ਇੱਕ ਆਕਸੀਜਨ ਦਾ ਕੰਮ ਕਰਦੀ ਹੈ, ਜਿਹੜੀ ਉਹਨਾਂ ਨੂੰ ਹੱਲਾਸ਼ੇਰੀ ਉੱਥੋਂ ਦੀ ਆਵਾਮ ਦੀ ਹੈ। ਸਰੋਇਆ ਦੀ ਰਾਤੀ ਕੋਈ ਨਹੀਂ ਜੰਮਿਆ। ਧਰਤੀ ਤੇ ਪੋਲੇ ਪੋਲੇ ਪੱਬ ਰੱਖਦਾ ਹੋਇਆ ਭਾਗਾਂ ਵਾਲੀ ਮਾਂ ਨੇ ਜੰਮਿਆ ਸਰੋਇਆ। ਉਹ ਆਪਣਾ ਚਨਾਰ ਮਿਲ ਲਿਫਟ ਦਾ ਇਹ ਕਿਉਂ ਬਾਏ ਝਟਕੇ ਕਿਉਂ ਮਾਰ ਰਹੀ ਹੈ ਜੀ? ਮੈਂ ਮੇਵਾ ਭੇਜਿਆ, ਮੈਂ ਇਕੱਠਾ ਮੇਵਾ ਖਾ ਲਿਆ, ਮੇਰੇ ਸਿਰ ਨੂੰ ਪੀੜ ਚੜੀ। ਉਹ ਇਹਦੇ ਫੈਨ ਸੀ ਭਾਈ, ਨਾ ਫ੍ਰੀ ਭੇਜਿਆ ਮੇਵਾ। ਨਾ 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 ਉਹਦੀ ਪਰਚੀ ਬਣ ਕੇ ਆਈ ਸਵੇਰੇ। ਪਾਣੀ ਪੀਣਾ ਚਾਹ ਨੂੰ ਤਾਂ ਪਾਣੀ ਚੱਲ ਗਿਆ। ਤੇ ਬੰਦਾ ਸੀਗਾ ਤੇ ਉਹਨੂੰ ਨਾ ਹਿਜਕੀ ਜੀ ਲੱਗੀ ਨਾ, ਤੇ ਉਹ ਮੂੰਹ ਹੀ ਵੱਟ ਕੇ ਨੂੰ ਰੋਕ ਲਈ। ਨਾਲ ਦੇ ਨੇ ਕਿਹਾ ਵੀ ਆਂਦੇ ਕੀ ਤੈਨੂੰ? ਉਹ ਕਹਿੰਦਾ ਨਹੀਂ, ਮੈਨੂੰ ਕਿਸੇ ਨੇ ਦੱਸਿਆ ਜੀ ਵੀ ਹਿਜਕੀ ਆਵੇ ਨਾ ਜਨਾਨੀ ਯਾਦ ਕਰਦੀ ਵੀ ਘਰ ਵਾਲੀ। ਉਹ ਕਹਿੰਦਾ ਵੀ ਫਿਰ ਕੀ ਹੈ? ਕਹਿੰਦਾ ਜਨਾਨੀ ਮੇਰੀ ਮਰੀ। ਮੈਂ ਗੱਲ ਕਰਦਾ ਵੀ ਏਦਾਂ ਇੱਕ ਸੋਫੇ ਤੇ ਏਡੇ ਪਿਆਰ ਨਾਲ ਏਦਾਂ ਗੱਲਾਂ ਹਾਸਾ ਮਖੌਲ, ਇਹ ਵੀ ਵਕਤਾਂ ਦੀ ਨਹੀਂ ਪੀਣਾ। ਅੱਛਾ ਚਲੋ ਜਿੱਦਾਂ ਤੁਹਾਨੂੰ ਲੱਗਦਾ ਸੂਟ ਲੱਗਦਾ ਕਰ ਲਓ। ਅਸਲਾਮ ਵਾਲੇਕਮ ਸਾਰੇ ਹੀ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਇਧਰ ਅੰਜਮ ਸਰੋਇਆ ਚੈਨਲ ਤੇ ਵੀ ਜੁੜ ਜਿਓ, ਲਾਮਾ ਦਿੰਦਾ ਫਿਰ ਨਾ। ਤੇ ਲਾਹੌਰ ਆ ਅੱਜ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਦੂਜਾ ਦਿਨ ਨਹੀਂ, ਪਹਿਲਾ ਦਿਨ ਹੈ ਅੱਜ। ਸੌਰੀ ਮੇਰੇ ਮੂੰਹੋਂ ਨਿਕਲ ਚੱਲਾ, ਪਹਿਲਾ ਦਿਨ ਹੈ। ਤੇ ਅਸੀਂ ਹੋਟਲ ਤੋਂ ਨਿਕਲ ਕੇ ਜਾਂਦੇ ਪਏ ਹਾਂ। ਤਿਆਰੀਆਂ ਪਹਿਲਾਂ ਵੇਖਦੇ ਵੀ ਕਿਸ ਤਰ੍ਹਾਂ ਦੀਆਂ ਚੱਲਣ ਰਹੀਆਂ। ਤੇ ਬਹੁਤ ਸਾਰੇ ਲੋਕ ਦੁਨੀਆ ਭਰ ਤੋਂ ਆਏ ਨੇ, ਆਰਟਿਸਟ, ਸਿੰਗਰ, ਕਲਾਕਾਰ, ਆਪਣੇ ਪਾਕਿਸਤਾਨ ਪੰਜਾਬ ਤੋਂ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਦੇ, ਆਪਣੇ ਪੰਜਾਬੀ ਨਾਲ ਜੁੜੇ ਜਿਹੜੇ ਲੋਕ ਨੇ, ਪ੍ਰੋਫੈਸਰ ਸਾਹਿਬਾਨ, ਸਾਰੇ ਸ਼ਹਿਰਾਂ ਤੋਂ ਪੰਜਾਬ ਤੋਂ ਪਹੁੰਚੇ ਨੇ। ਸੋ ਅੱਜ ਪਹਿਲਾ ਦਿਨ ਆ ਤੇ ਸਾਈਂ ਜ਼ਹੂਰ ਆ ਰਹੇ ਨੇ ਤੇ ਹੋਰ ਆਰਟਿਸਟ ਵੀ ਆ ਰਹੇ ਨੇ। ਤੇ ਅੰਜਮ ਸਰੋਇਆ ਸਾਹਿਬ ਜਿਹੜੇ ਸਾਰਿਆਂ ਨੂੰ ਵੱਡੇ ਕਲਾਕਾਰ ਨੇ ਪਾਕਿਸਤਾਨ ਪੰਜਾਬ ਦੇ। ਕੀ ਬਾਤ ਹੈ ਜੀ ਸਰੋਇਆ ਸਾਹਿਬ, ਤੁਹਾਡੀ ਕੀ ਬਾਤ। ਸਰੋਇਆ ਸਾਹਿਬ ਜੀ ਦਿਲੋਂ ਸ਼ੁਕਰੀਆ ਜਨਾਬ, ਤੁਸੀਂ ਨਾਲ ਜੁੜੇ ਹੋ। ਨਹੀਂ ਰੱਬ ਕਾਮਯਾਬ ਕਰੇ। ਅੱਜ ਪਹਿਲਾ ਦਿਨ ਹੈ ਜੀ, ਅੱਜ 2 ਦਿਨ ਹੁਣ ਗਾਂ ਹਜੇ ਪਏ ਆ। ਹਾਂ ਖੈਰੀ ਸਲਾਮ ਦੀ ਰੱਬ ਸਿਰੇ ਲਾਵੇ, ਫਿਰ ਗੱਲਾਂ ਕਰਾਂਗੇ। ਬਸ ਸਿਰ ਨੂੰ ਪੀੜ ਸਰੋਇਆ ਸਾਹਿਬ ਦੇ ਹੁੰਦਾ ਪੈਂਦੀ ਆ, ਮੈਨੂੰ ਗੋਲੀ ਦੇ ਦਿਓ, ਮੇਰਾ ਸਿਰ ਘੁੱਟ ਦਿਓ। ਤੇ ਮੈਂ ਕਿਹਾ ਭਰਾਵਾ ਤੇਰੇ ਲਈ ਤੇ ਦਾਈ ਇੱਕ ਵੱਖਰੀ ਨਰਸ ਜਿਹੜੀ ਨਾ ਸਾਨੂੰ ਚਾਹੀਦੀ ਹੈ।
ਕਿਉਂਕਿ ਅਸੀਂ ਕੰਮ ਨਾ ਕਰੀਏ ਫਿਰ ਤੇਰਾ ਸਿਰ ਘੁੱਟੀਏ। ਨਹੀਂ ਉਹ ਫਿਰ ਇੱਥੇ ਦੂਸਰੀ ਪਾਊਡਰ ਵਾਲੀ ਚਾਹ ਦੂਈ ਚਾਹ ਲੱਭੋ ਕਿਤੋਂ ਨਾ ਫਿਰ ਉਹ ਪੀਂਦੇ ਆ। ਅੱਛਾ ਹਾਂ ਚਲੋ ਠੀਕ। ਠੀਕ। ਚਲੋ ਚੱਲਦੇ ਆਪਾਂ ਜੀ ਇੱਕ ਵਾਰੀ ਹੋਟਲ ਇਹਨਾਂ ਨੂੰ ਬੰਦਿਆਂ ਸਾਰਿਆਂ ਨੂੰ ਮਿਲ ਮਿਲਾ ਕੇ ਤੇ ਫਿਰ ਨਿਕਲਦੇ ਆ ਫਿਲਹਾਲ ਕੱਲ ਨੂੰ ਜਿੱਥੇ ਆਪਣਾ ਇਵੈਂਟ ਹੋ ਰਿਹਾ। ਤੇ ਨਵਾਂ ਵੀਡੀਓ ਸ਼ੁਰੂ ਕਰਨ ਲੱਗੇ ਤੇ ਇਧਰ ਸਾਡੇ ਦੋਸਤ ਨੇ ਪੁਲਿਸ ਵਾਲੇ ਗੁਲਾਮ ਸੈਨ ਤੇ ਕਰਮ, ਇਹ ਫੈਨ ਨੇ ਭਾਈ ਵੀਰ ਭਾਈ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹਨਾਂ ਦੇ ਫੈਨ ਨੇ ਬਾਈ। ਸ਼ੁਰੂਆਤ ਹੋ ਗਈ ਹੈ। ਤੇ ਚੱਲੇ ਆ ਅਸੀਂ ਹੁਣ ਕਿੱਥੇ ਚੱਲੇ ਆ? ਅਸੀਂ ਚੱਲੇ ਆ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ। ਲੈ ਗੱਲ ਕਰ। ਅੱਗੇ ਤੂੰ ਦੱਸ। ਤੈਨੂੰ ਨਹੀਂ ਆਉਂਦਾ ਨਾ? ਅੱਗੇ ਦੱਸ। ਇਹ ਪਤਾ ਸਾਰਾ ਪਤਾ ਸਾਨੂੰ। ਇੱਕ ਚੀਜ਼ ਦੀ ਮੈਨੂੰ ਬੜੀ ਖੁਸ਼ੀ ਹੋਈ ਅੱਜ। ਟਿਕਟੋਕਰ ਭਾਨੂੰ ਮੈਂ ਕੱਲ ਲੋਈ ਦਿੱਤੀ ਸੀ। ਟਿਕਟੋਕਰ ਨੇ ਨਾ ਅੱਜ ਦੇ ਦਿਨ ਕਿਉਂਕਿ ਮੈਨੂੰ ਪਤਾ ਵੀ ਅੱਜ ਦਾ ਦਿਨ ਤੁਹਾਡੇ ਵਾਸਤੇ ਕਿੰਨਾ ਵੱਡਾ ਹੈ। ਤੇ ਹੁਣ ਬੈਠਿਆਂ ਨੂੰ ਵੇਖਿਆ ਤੇ ਤੁਸੀਂ ਇਸ ਦਿਨ ਇਹ ਪਾ ਕੇ ਆਏ। ਹਾਂਜੀ ਮੈਂ ਕਿਹਾ ਲੋਈ ਜਿਹੜੀ ਕੱਲ ਦਿੱਤੀ ਸੀ ਤੁਹਾਨੂੰ, ਹਾਂਜੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵੱਡਾ ਹੈ ਤੇ ਤੁਸੀਂ ਅੱਜ ਦੇ ਦਿਨ ਇਹ ਲੋਈ ਲੈ ਕੇ ਆਏ, ਮੈਨੂੰ ਬੜੀ ਖੁਸ਼ੀ ਹੈ। ਤੁਹਾਡੀ ਮੁਹੱਬਤ, ਤੁਸੀਂ ਨਵਾਜਿਆ। ਮੁਹੱਬਤ ਤੁਹਾਡੀ। ਇਧਰ ਫੈਨ ਟੱਕਰ ਗਏ ਜੀ ਸੁਰਿਆ ਸਾਹਿਬ ਦੇ। ਫੈਨ ਨਹੀਂ ਜੀ ਇਹ ਸਾਡੇ ਆਪਣੇ ਮੁੰਡੇ ਆ। ਹਾਂ ਫੈਨ ਵਾਲੀ ਕੋਈ ਗੱਲ ਨਹੀਂ। ਹਾਂ ਨਹੀਂ ਨਹੀਂ ਇਹ ਸਾਡੇ ਆਪਣੇ ਧੀ ਪੁੱਤਰ ਆ। ਧੀ ਪੁੱਤਰ। ਧੀ ਦੇ ਕੋਈ ਪੁੱਤਰ ਹੀ। ਰਿਕਾਰਡ ਕੀਤਾ ਸੀ ਭਾਈ। ਕਦਮ ਮੈਂ ਕੋਕ ਸਟੂਡੀਓ ਦਾ ਸੁਣਿਆ ਸੀ। ਅੱਛਾ ਸੁਣਾਓ ਫਿਰ ਹੁਣ। ਸੋਹਣੀ ਧਰਤੀ ਅੱਲਾ ਰੱਖੇ, ਕਦਮ ਕਦਮ ਆਬਾਦ, ਕਦਮ ਕਦਮ ਆਬਾਦ ਤੁਝੇ, ਕਦਮ ਕਦਮ ਵਾਹ ਸੁਭਾਨ ਅੱਲਾਹ ਸੁਭਾਨ ਅੱਲਾਹ। ਲੋ ਵੀ ਪਲਾਕ ਆ ਗਿਆ, ਰੌਣਕਾਂ ਪੂਰੀਆਂ ਲੱਗੀਆਂ, ਮੇਲਾ ਸੱਜ ਗਿਆ ਤੇ ਇਕੱਠ ਵੱਡਾ ਲੱਗ ਗਿਆ। ਭਾਜੀ ਵੀ ਪਹੁੰਚ ਗਏ, ਸਾਰਿਆਂ ਦੀਆਂ ਫੋਟੋ ਲੱਗੀਆਂ, ਗਿੱਲ ਦੀ ਵੀ ਲੱਗੀ ਫੋਟੋ। ਸਾਰੇ ਜਿਹੜੇ ਸਾਡੇ ਕੋਲ ਦੋਸਤ ਮਹਿਮਾਨ ਆ ਰਹੇ ਉਹਨਾਂ ਦੀਆਂ ਫੋਟੋਜ਼ ਵਗੈਰਾ ਹੋ ਰਿਹਾ। ਲਓ ਵੀ ਪਹੁੰਚ ਚੁੱਕੇ ਆ ਮੈਨੂ ਤੇ ਬਲਾਕ ਸਵਾਗਤ। ਤੁਸੀਂ ਥੋੜੇ ਸਾਈਡ ਤੇ ਆ ਜਾਓ। भाई आप ही नीचे आ जाए। साहब रोके करो ना। आओ जी आओ गया। इधर देखिए सामने। इधर सामने। ओके जी। ਵੈਸੇ ਤਾਂ ਆਪਾਂ ਗੱਲ ਕਰਦੇ ਆ ਫੋਟੋ ਸ਼ੋਟੋ ਬਣਵਾਉਂਦੇ ਆ। ਇੱਕ ਹੀ ਹੋਰ ਆ ਰਿਹਾ ਅੰਦਰ, ਉਹ ਵੀ ਨਾਲ ਚੱਲਦਾ। ਲਾ ਵੀ ਅੰਦਰ ਵੜ ਚੱਲੇ ਹੁਣ। ਫੋਟੋ ਲੱਗੇ, ਜਿੰਨੇ ਸਾਡੇ ਮਹਿਮਾਨ ਨੇ, ਗੈਸਟ ਨੇ, ਆਰਗੇਨਾਈਜ਼ਰ ਨੇ, ਜਿੰਨੇ ਵੀ ਲੋਕ ਨੇ, ਸਾਰੀਆਂ ਟੀਮਾਂ ਦੇ ਫੋਟੋਜ਼ ਤੇ ਸੋਹਣੀ ਸੈਟਿੰਗ ਜਿਹੜੀ ਆ ਸਾਡੇ ਮੁੰਡਿਆਂ ਕੁੜੀਆਂ ਜਿਹੜੇ ਯੂਨੀਵਰਸਿਟੀ ਕਾਲਜਸ ਦੇ ਉਹਨਾਂ ਨੇ ਬਣਾਇਆ। ਹੁਣ ਓਪਨ ਕਰਨ ਥੋੜੀ ਦੇਰ ਤੇ ਆਪਾਂ ਓਪਨਿੰਗ ਤੇ ਕਰ ਦਿੱਤੀ ਆ। ਪ੍ਰੋਗਰਾਮ ਦਾ ਫੀਤਾ ਜਿਹੜਾ ਕੱਟਿਆ ਗਿਆ ਤੇ ਹੁਣ ਅੱਗੇ ਮਹਿਮਾਨ ਹਾਲ ਵੱਲ ਵਧ ਰਹੇ। ਵੀ ਹਾਲ ਤੇ ਭਰ ਗਿਆ। ਇੱਧਰ ਸਟੇਜ ਬਣਿਆ, ਸ਼ਾਹਮੁਖੀ ਗੁਰਮੁਖੀ ਦੋਵੇਂ ਲੱਗੇ ਤੇ ਹਾਲ ਤਾਂ ਮਾਸ਼ਾਅੱਲਾ ਹਲੀ ਓਪਨਿੰਗ ਦੇ ਟਾਈਮ ਭਰਿਆ। ਸਾਹਿਬ ਜੀ ਜਿਵੇਂ ਗੱਲ ਕਰ ਰਹੇ ਸੀ, ਅਗਰ ਮੈਂ ਇੰਨੀ ਗੱਲ ਕਰਾਂ ਕਿ ਤੁਸੀਂ ਵੀ ਇਹ ਦੇਖਣਾ ਹੈ ਕਿ ਇਹਦੇ ਆਪਣੇ ਜਿਹੜੇ ਇਸ਼ੂਜ਼ ਨੇ, ਜਿਹੜੇ ਵੱਡੇ ਮਸਲੇ ਹਨ ਇੱਥੇ ਕੋਈ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੂੰ ਹੀ ਇਸ ਕਾਨਫਰੰਸ ਦੇ ਅੰਦਰ ਡਿਸਕ੍ਰਾਈਬ ਕੀਤਾ ਜਾਏਗਾ। ਸੋ ਇਸ ਕਾਨਫਰੰਸ ਦੇ ਅੰਦਰ ਡੈਫੀਨਿਟਲੀ ਇਸ਼ੂਜ਼ ਹਨ, ਲੇਕਿਨ ਉਹਨਾਂ ਦੇ ਨਾਲ ਕੁਝ ਇਸ ਕਾਨਫਰੰਸ ਦੇ ਅੰਦਰ ਹੋਰ ਕਲਚਰ ਐਕਟੀਵਿਟੀਜ਼ ਵੀ ਹੈ। ਸੋ 3 ਦਿਨ ਦਾ ਜਿਹੜਾ ਮੇਲਾ ਹੈ ਅਸੀਂ ਲਾਇਆ ਹੈ, ਇਸ ਦੇ ਅੰਦਰ ਉਸ ਸ਼ੇਰ ਨੂੰ ਲੈ ਕੇ ਕਿ ਪੰਜਾਬ, ਮੈਂ ਪੰਜਾਬ ਦੇ ਰਹਿਣ ਵਾਲਾ, ਸਦਾ ਖੈਰ ਪੰਜਾਬੀ ਦੀ ਮੰਗਦਾ। ਹੁਣ ਪੰਜਾਬ ਦੀ ਖੈਰ ਅਸੀਂ ਕਿਉਂ ਮੰਗਦੇ ਹਾਂ? ਅੱਜ ਅਗਰ ਅਸੀਂ ਪੰਜਾਬ ਨੂੰ ਦੇਖੀਏ ਤੇ ਪੰਜਾਬ ਕੋਲ ਕੀ ਹੈ? ਅਗਰ ਅਸੀਂ ਕੱਲ ਦਾ ਪੰਜਾਬ ਦੇਖਦੇ ਹਾਂ ਤੇ ਕੱਲ ਦੇ ਪੰਜਾਬ ਕੋਲ ਕੀ ਸੀ? ਜ਼ਮੀਨ ਅਸਮਾਨ ਦਾ ਫਰਕ ਹੈ। ਸੱਚ ਕਹਿੰਦੇ ਨੇ ਕਿ ਜਿੱਥੇ ਜਿਹੜੀ ਕੌਮ ਦੇ ਕੋਲ ਆਪਣੀਆਂ ਰਾਜਧਾਨੀਆਂ ਨਹੀਂ ਹੁੰਦੀਆਂ, ਜਿਹੜੀ ਕੌਮ ਕੋਲ ਆਪਣੇ ਫੈਸਲੇ ਕਰਨ ਦੀਆਂ ਤਾਕਤਾਂ ਨਹੀਂ ਹੁੰਦੀਆਂ, ਉਹਨਾਂ ਨਾਲ ਇੰਜ ਹੀ ਹੁੰਦਾ ਹੈ। ਸਾਡੇ ਵਾਸਤੇ ਲਾਹੌਰ ਦੇ ਅੰਦਰ, ਪੰਜਾਬ ਦੇ ਅੰਦਰ ਸਾਹ ਲੈਣਾ ਔਖਾ ਹੋ ਗਿਆ। ਉਹ ਧਰਤੀ ਜਿਹੜੀ ਕਦੇ 7 ਦਰਿਆਵਾਂ ਦੀ ਸੀ, ਜਿੱਥੇ ਇੱਥੇ ਦਰਖਤਾਂ ਦੀਆਂ ਕਤਾਰਾਂ, ਇੱਥੇ ਬਾਗਾਂ ਦੇ ਜਿਹੜੇ ਸ਼ਹਿਰ ਸਨ ਉਹ ਮਸ਼ਹੂਰ ਸਨ। ਅੱਜ ਦੁਨੀਆ ਦੇ ਮੋਸਟ ਪੋਲੂਟਡ ਜਿਹੜੇ ਸ਼ਹਿਰ ਹੈ ਉਹ ਸਾਡੇ ਇੱਥੋਂ ਦੇ ਸ਼ਹਿਰ ਹੈ।
ਸੋਚਣਾ ਪਏਗਾ ਕਿ ਕੱਲਾ ਪੰਜਾਬੀ ਮੁੱਦਾ ਹੈ ਜਾਂ ਉਸ ਤੇ ਹਟ ਕੇ ਹੋਰ ਵੀ ਨਾਲ ਮੁੱਦੇ ਹੈ, ਔਰ ਦੂਜੇ ਮੁੱਦੇ ਜਿਹੜੇ ਹੈ ਉਹ ਪੰਜਾਬੀ ਤੇ ਗਾਟ ਕਰਕੇ ਕਿਵੇਂ ਅੱਗੇ ਵਧੇ। ਜਿਸ ਕੌਮ ਨੂੰ ਸੁਰਤ ਨਾ ਹੋਵੇ, ਜਿਸ ਕੌਮ ਨੂੰ ਕੋਈ ਸੋਚ ਨਾ ਆਣ ਦਿੱਤੀ ਜਾਵੇ, ਉਸ ਕੌਮ ਦਾ ਇਹੀ ਹਾਲ ਹੁੰਦਾ। ਪੰਜਾਬੀਅਤ ਬੋਲੀ ਖੋਈ, ਬੋਲੀ ਦੇ ਨਾਲ ਹੀ ਸੋਚ ਖੋ ਲਈ, ਤਾਰੀਖ ਖੋ ਲਈ, ਔਰ ਅੱਜ ਅਸੀਂ ਲੱਟੂ ਤੋਤੇ ਜੈਸੀ ਫਿਰਦੇ ਹਾਂ। ਕੀ ਬਾਤ ਆ, ਕੀ ਬਾਤ। ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕੇ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਵਾਂ ਲੜਦੀਆਂ ਨੇ। ਬਹੁਤ ਅੱਛੇ। ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਘੋਲਾਂਗਾ। ਵਾਹ ਵਾਹ, ਕੀ ਬਾਤ ਹੈ। ਨਾਨਕ ਦਾ ਪੁੱਤ ਹਾਂ ਤੇਰਾ ਤੋਲਾਂਗਾ। ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ, ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀ ਔਲਾਦ ਸਾਰੇ, ਕੌਣ ਆਮ ਕੌਣ ਖਾਸੇ। ਉਸ ਇੱਕ ਦੀ ਔਲਾਦ ਸਾਰੇ, ਬੇਸ਼ੱਕ ਜੀ। ਕੌਣ ਆਮ ਕੌਣ ਖਾਸੇ। ਤੇ ਸਾਂਝੀਆਂ ਇਬਾਦਤਾਂ ਸਾਂਝੀ ਅਰਦਾਸ। ਸੱਚ। ਉਹ ਸਾਂਝੀਆਂ ਵਾਹ, ਵਾਹ, ਇਬਾਦਤਾਂ ਤੇ ਸਾਂਝੀ ਸਾਂਝੀ ਅਰਦਾਸ। ਇਹ ਕੋਈ ਪਰਿਵਾਰ ਬੈਠਾ, ਇਹ ਕੋਈ ਪਰਿਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ। ਭਲੇ ਮੀਆਂ ਮੁਹੱਬਤਾਂ ਦੀ ਚੱਲ ਪਈਏ ਲਹਿਰ ਜੀ। ਪੰਜਾਬੀਆਂ ਦੀ ਕਿ ਐਡੀ ਵੱਡੀ ਕਤਲਾਮ, ਐਡਾ ਵੱਡਾ ਪਾੜਾ, ਐਡੀ ਵੱਡੀ ਹਿਜਰਤ ਤੋਂ ਬਾਅਦ ਵੀ ਇਸ ਵੇਲੇ ਵੀ ਪੂਰੀ ਦੁਨੀਆ 'ਚ ਜੇ ਕਿਸੇ ਕੌਮ ਦਾ ਡੰਕਾ ਵੱਜਦਾ, ਜੇ ਕਿਸੇ ਕੌਮ ਦਾ ਬੋਲਬਾਲਾ ਹੈ, ਉਹਦੇ ਸੁਰ, ਉਹਦੀ ਆਵਾਜ਼ ਗਰਜਦੀ ਹੈ, ਪੂਰੀ ਦੁਨੀਆ 'ਚ ਤਾਂ ਪੰਜਾਬੀ ਹੈ। ਕੋਈ ਗੱਲ ਨਹੀਂ, ਇੱਕ ਦਿਨ ਫਿਰਨਗੇ ਗੁਲਾਬ ਉਦਾਸ ਨਾ ਹੋ, ਮੇਰੇ ਪੰਜਾਬ ਉਦਾਸ ਨਾ ਹੋ। ਤੇ ਚਲੋ ਅੱਗੇ ਵਧਦੇ ਹਾਂ। ਹੁਣ ਅਸੀਂ ਭੰਗੜਾ ਤੇ ਗਿੱਧਾ ਵੇਖਣ ਲੱਗੇ ਹਾਂ। ਅੱਛਾ, ਉਹ ਇਹ ਦੱਸਦੀ ਹੈ ਕਿ ਸਾਡਾ ਜਿਹੜਾ ਭੰਗੜਾ ਤੇ ਗਿੱਧਾ ਤੁਹਾਡੇ ਗਿੱਧੇ ਦਾ, ਤੁਹਾਡੇ ਭੰਗੜੇ ਤੇ ਹਾਣ ਦਾ ਨਹੀਂ ਹੈ। ਇਹ ਅਜੇ ਰੇੜਦਾ ਰੁੜਦਾ ਹੀ ਹੈ। ਅਜੇ ਸਮਝ ਲਓਗੇ ਅਜੇ ਉੱਠ ਕੇ ਵੀ ਖੜਾ ਨਹੀਂ ਹੋਇਆ। ਇੰਨੇ ਸਾਡੇ ਤੇ ਇੰਜ ਭੰਗੜਾ, ਹਾਲਾਂਕਿ ਕਿਹੜਾ ਪੰਜਾਬੀ ਇਹ ਢੋਲ ਵੱਜਦਾ ਹੁੰਦਾ ਤੇ ਪੈਰ ਨਾਲ ਧੜਕਣ। ਮੈਂ ਤੇ ਮੰਨ ਲੈ ਕਿਤੇ ਮਾੜਾ ਜਿਹਾ ਬੀਟ ਵੀ ਢੋਲ ਵਾਲੀ ਕਿਤੇ ਹੋਵੇ ਤੇ ਮੈਂ ਸ਼ੁਰੂ ਹੋ ਜਾਂਦਾ। ਮੇਰੇ ਹਰ ਵੇਲੇ ਮੈਂ ਵਿਸਾਖੀ ਮਨਾ ਰਿਹਾ ਹੁੰਦਾ। ਉਹ ਵੀ ਭੰਗੜੇ ਤੇ ਗਿੱਧੇ ਵਾਲੀ ਟੀਮ ਆ ਗਈ ਤੇ ਹੁਣ ਭੰਗੜਾ ਹੋਣ ਲੱਗਾ ਸਟੇਜ ਤੇ। ਬੁਲਾਉਂਦੇ ਆ ਜਿਹੜਾ ਸਾਨੂੰ ਨਚਾਊਗਾ ਬੁੱਲੇ ਦੇ ਅਸੁਰਾਂ ਤੇ ਤਾਲਾਂ ਤੇ, ਬਲਕਿ ਧਮਾਲਾਂ ਵੀ ਹੋਣਗੀਆਂ। ਔਰ ਬੜੇ ਬਖਤਾਂ ਵਾਲੇ ਲੋਕ ਨੇ। ਬੁੱਲੇ ਨੇ ਕੀ ਕਿਹਾ, ਇਹ ਸਾਰੀਆਂ ਨਸਲਾਂ ਨੂੰ ਪੜਾ ਦੇ ਤੇ ਰੱਬ ਵਾਲਾ ਰੌਲਾ ਤੇ 1 ਮਿੰਟ 'ਚ ਮੁੱਕ ਜਾਂਦਾ। ਬਾਬਾ ਜੀ ਕਹਿੰਦੇ ਨੇ ਅਰਬਾ ਅਨਾਸਰ ਮਹਿਲ ਬਣਾਇਓ। 4 ਅਨਾਸਰ ਅੱਗ, ਮਿੱਟੀ, ਹਵਾ, ਪਾਣੀ ਜੋ ਸਮਾਨ ਜੀ ਪਾ ਲਓ। ਹਾਂਜੀ।
ਲੋ ਵੀ ਕਾਨਫਰੰਸ ਤੋਂ ਅਸੀਂ ਨਿਕਲ ਕੇ ਆ ਗਏ ਆ ਇਸ ਤੋਂ ਗਏ ਆ ਵੀ ਪੁਲਿਸ ਰਿਪੋਰਟ ਕਰਾਉਣੀ ਸੀ ਕਿਉਂਕਿ ਜਦੋਂ ਇੰਡੀਅਨ ਪਾਸਪੋਰਟ ਆਉਂਦਾ ਨਾ ਪਾਕਿਸਤਾਨ ਉਹਨਾਂ ਨੂੰ ਉਹਦੇ ਵਾਸਤੇ ਐਮਬੈਸੀ ਦੀ ਡਿਸੀਜਨ ਹੁੰਦਾ ਵੀ ਮੈਂਡੇਟਰੀ ਰੱਖਣਾ ਜਾਂ ਕਰਾਉਣਾ ਜਾਂ ਨਹੀਂ ਕਰਾਉਣੀ ਰਿਪੋਰਟ। ਸੋ ਇਹਨਾਂ ਦੀ ਐਗਜ਼ੈਂਪਟਡ ਨਹੀਂ ਸੀ, ਇਹਨਾਂ ਦੀ ਰਿਪੋਰਟ ਕਰਾਉਣੀ ਪੁਲਿਸ ਰਿਪੋਰਟ ਤੇ ਬਾਕੀ ਜਿੰਨੇ ਵੀ ਦੋਸਤ ਆਏ ਨੇ ਉਹਨਾਂ ਵਾਸਤੇ ਉਹਨਾਂ ਦੀ ਪੁਲਿਸ ਰਿਪੋਰਟ ਕਰਾਉਣੀ। ਫਿਰ ਇਸ ਤੋਂ ਮੈਂ ਤੇ ਭਾਈ ਹੁਣੀ ਆ ਗਏ ਡਾਕੂਮੈਂਟ ਤਿਆਰ ਕਰਨੇ ਹੁੰਦੇ ਵੀ ਕਿਹੜੇ ਡਾਕੂਮੈਂਟ ਚਾਹੀਦੇ, ਫੋਟੋ ਕਾਪੀਆਂ ਬਹੁਤ ਸਾਰੀਆਂ ਚਾਹੀਦੀਆਂ ਹੁੰਦੀਆਂ। ਉਹ ਸਾਡੇ ਨਾ ਭਰਤੀ ਹੁੰਦੀ ਸੀ ਵੀ ਆਪਣਾ ਮੈਨੂੰ ਜੀ ਗੱਲ ਚੇਤੇ ਆ ਗਈ, ਸਾਡੇ ਪਿੰਡਾਂ ਵਾਲਿਆਂ ਨੂੰ ਹੁੰਦਾ ਵੀ ਪੁਲਿਸ 'ਚ ਭਰਤੀ ਹੋ ਗਏ ਤਾਂ ਬਸ ਠੀਕ ਹੈ। ਆਂਦਾ ਵੀ ਪੁਲਿਸ 'ਚ ਭਰਤੀ ਹੋਣ ਤੇ ਉਹਦੇ ਨਾਲ 3 ਕਰੈਕਟਰ ਸਰਟੀਫਿਕੇਟ ਦੀਆਂ 3 ਸਨਦ ਦੀਆਂ 3 ਤਸਵੀਰਾਂ 3 ਫਲਾਣੀ ਸ਼ਾਇਦ 3 ਫਲਾਣੀ ਸ਼ਾਇਦ ਉਹ 50 ਕਾਪੀਆਂ ਬਣ ਜਾਂਦੀਆਂ। ਉਹ ਨਾ 5 ਸਾਲ ਮੁੰਡਾ ਟਰਾਈ ਕਰਦਾ ਰਿਹਾ, ਭਰਤੀ ਨਾ ਹੋਇਆ, ਹਰ ਵਾਰੀ ਰਹਿ ਜੇ। ਆਂਦਾ ਭਰਤੀ ਕੀ ਹੋਣਾ ਹੈ, ਉਹ ਬੋਲਦਾ ਹੋਰ ਤਰ੍ਹਾਂ, ਆਂਦਾ ਭਰਤੀ ਕੀ ਹੋਣਾ 50,000 ਦੀਆਂ ਤੇ ਫੋਟੋ ਸਟੇਟਾਂ ਲੱਗ ਗਈਆਂ। ਭਰਤੀ ਪਤਾ ਨਹੀਂ ਕਦੋਂ ਹੋਣਾ।
ਸੋ ਇਸ ਤੋਂ ਕਾਪੀਆਂ ਬਹੁਤ ਲੱਗਦੀਆਂ ਜਿਹੜੇ ਆਉਣ ਇਸ ਤਰ੍ਹਾਂ ਇੰਡੀਅਨ ਪਾਸਪੋਰਟ ਤੇ ਇਹਨਾਂ ਚੀਜ਼ਾਂ ਦੀਆਂ ਕਾਪੀਆਂ ਲੈ ਕੇ ਆਉਣ, ਵੀਜ਼ੇ ਦੀ ਕਾਪੀ, ਪਾਸਪੋਰਟ ਦੀ ਕਾਪੀ, ਤਸਵੀਰਾਂ ਦੋ, ਜਿਹੜਾ ਸਟੈਂਪ ਲੱਗਣੀ ਉਹਦੀ ਕਾਪੀ, ਫਿਰ ਉਹ ਜਿੱਥੇ ਹੋਟਲ ਰਹਿਣਾ ਉਹਦਾ ਡੀ ਫਾਰਮ। ਪਰ ਇਸ ਗੱਲ ਤੇ ਮੈਂ ਕਹਿੰਦਾ ਵੀ ਘਬਰਾਉਣ ਦੀ ਲੋੜ ਨਹੀਂ, ਇਹ ਭਰਾ ਪੈਸੇ ਨਹੀਂ ਲੱਗਣ ਦਿੰਦੇ ਨਾ ਤੁਹਾਨੂੰ ਖੱਜਲ ਹੋਣ ਦਿੰਦੇ ਨੇ, ਸਾਰਾ ਕੁਝ ਬੈਠੇ ਕਾਫੀ ਪੀਣੇ ਰਹੋ, ਬੈਠੇ ਆ ਗਈ ਲੋ ਕਾਫੀ ਆ ਗਈ। ਤੇ ਇਹ ਪਿੱਛੇ ਸਾਡੇ ਮੁਸੈਬ ਵਰਗੇ ਭਰਾ ਨੇ ਜਿਹੜੇ ਸਾਡੇ ਫੋਨ ਤੇ ਸਾਡਾ ਵੀ ਕੰਮ ਕਰ ਦਿੰਦੇ ਨੇ। ਤੇ ਇੰਡੀਗੋ ਹੋਟਲ ਆ, ਉਹ ਅਸੀਂ ਜਿੰਨੇ ਵੀ ਦੋਸਤ ਹਨ ਬਹੁਤੇ ਇੱਥੇ ਲਈਦਾ ਕਿਉਂਕਿ ਇਹਨਾਂ ਦਾ ਤਾਵਨ ਭਰਪੂਰ ਹੁੰਦਾ। ਸਮਝ ਲਓ ਵੀ ਹੋਟਲ ਵਾਲੇ ਨਹੀਂ ਸਾਡੇ ਆਪਣੇ ਭਰਾ ਤਰ੍ਹਾਂ, ਤੇ ਬੜਾ ਭਰਾ ਪਿਆਰ ਕਰਦੇ ਆ। ਤੁਹਾਨੂੰ ਕਾਫੀ ਪੀ ਕੇ ਪੁਲਿਸ ਰਿਪੋਰਟ ਕਰਾਵਾਂਗੇ ਤੇ ਦੁਬਾਰਾ ਫਿਰ ਕਾਨਫਰੰਸ ਤੇ ਜਾਵਾਂਗੇ। ਹੁਣ ਇਹ ਭਾਈ ਸਾਹਿਬ ਵੀ ਆ ਗਏ, ਆਏ ਨੂੰ 3 ਦਿਨ ਹੋ ਗਏ ਤੇ ਮੁਲਾਕਾਤ ਅੱਜ ਹੋਈ ਹੈ। ਤੁਹਾਡਾ ਨਾਂ ਕੀ ਆ? ਮੇਰਾ ਨਾਮ ਸਰਬਜੀਤ ਸਿੰਘ ਫਰਮ ਕੈਲੀਫੋਰਨੀਆ ਤੋਂ ਆਏ ਹਾਂ ਜੀ। ਕੈਲੀਫੋਰਨੀਆ ਤੋਂ ਆਏ। ਹਾਂਜੀ। ਕਿੰਨੇ ਦਿਨ ਹੋ ਗਏ? ਸਾਨੂੰ ਚੌਥਾ ਦਿਨ ਹੈ ਜੀ ਅੱਜ। ਚੌਥਾ ਦਿਨ। ਹਾਂਜੀ, ਘੁੰਮ ਰਹੇ ਆ ਫਿਰ ਪੂਰਾ? ਹਾਂਜੀ, ਘੁੰਮ ਰਹੇ ਹਾਂ ਜੀ, ਇੰਜੋਏ ਕਰ ਰਹੇ ਹਾਂ, ਮਿਲ ਰਹੇ ਹਾਂ ਸਾਰਿਆਂ ਨੂੰ। ਅੱਛਾ। ਤੇ ਸਾਰਾ ਕੁਝ ਨਸਰ ਭਾਜੀ ਤੁਹਾਡੇ ਕਰਕੇ। ਮੇਰੇ ਕਰਕੇ ਕਿਵੇਂ ਹੋਇਆ? ਤੁਸੀਂ ਮੈਨੂੰ ਅੱਜ ਮਿਲੇ ਜੇ? ਨਹੀਂ, ਤੁਹਾਨੂੰ ਪਹਿਲਾਂ ਤਾਂ ਜਾਣਦੇ ਆਂ, ਅਸੀਂ ਤੁਹਾਨੂੰ ਜਾਣਦੇ ਹਾਂ, ਤੁਸੀਂ ਹੈਂ? ਤੁਹਾਨੂੰ ਫੋਲੋ ਕਰਦੇ ਆਂ, ਤੁਹਾਨੂੰ ਅੱਛਾ। ਜਾਣਦੇ ਆਂ ਬਹੁਤ ਚਿਰਾਂ ਤੋਂ। ਅੱਛਾ ਅੱਛਾ ਹਾਂਜੀ, ਤੁਹਾਨੂੰ ਅਸੀਂ ਫੇਸਬੁੱਕ ਤੇ ਵੀ ਐਡ ਕੀਤਾ ਹੈ, ਤੁਹਾਨੂੰ YouTube ਤੇ ਵੀ ਦੇਖਦੇ ਆਂ, ਹਾਂ। ਤੁਹਾਡੇ ਕਰਕੇ ਹੀ ਇੱਥੇ ਆਏ ਹਾਂ। ਚਲੋ ਚਲੋ, ਵੈਲਕਮ ਤੁਹਾਨੂੰ ਜੀ। ਥੈਂਕ ਯੂ ਜੀ। ਸਾਡਾ ਕਰਕੇ ਆਏ ਤੇ ਸਾਡਾ ਕਰਕੇ ਵੈਲਕਮ। ਠੀਕ ਹੈ, ਪਰ ਸਾਡਾ ਹੁਣ ਜਾਣ ਨੂੰ ਜੀ ਨਹੀਂ ਕਰਦਾ। ਅੱਛਾ, ਇਹ ਗੱਲ ਹੈਗੀ ਜੀ। ਕਿਉਂ ਭਾਜੀ? ਕੱਲ ਨੂੰ ਤੁਸੀਂ ਵੀ ਨਾ ਐਵੇਂ ਆਖੋ ਜਾਣ ਨੂੰ ਜੀ ਨਹੀਂ ਕਰਦਾ। ਯਾਰ ਦੀ ਫੈਸਿਲਿਟੀ ਕਰਾਉਣੀ ਪੈਣੀ ਇੱਥੇ ਲਾਹੌਰ ਦੇ ਵਿੱਚ, ਕਲਾਕਾਰਾਂ ਨੂੰ ਤਾਂ ਦੇ ਦਿਓ ਯਾਰ ਐਟਲੀਸਟ। ਪਾਕਿਸਤਾਨ ਦੇ ਲੋਕ ਬਹੁਤ ਦਿਲ ਵਾਲੇ ਆ, ਬਹੁਤ ਚੰਗੇ ਆ, ਬਹੁਤ ਜ਼ਿਆਦਾ ਪਸੰਦ ਸਾਨੂੰ ਆਏ ਤੇ ਇੱਥੋਂ ਦੇ ਜਿੱਦਾਂ ਪੁਲਿਸ ਵਾਲੇ ਵੀ ਇੰਨੇ ਵਧੀਆ ਨੇ, ਬਹੁਤ ਵਧੀਆ ਟ੍ਰੀਟ ਕਰਦੇ। ਅੱਛਾ, ਸਿਕਿਉਰਿਟੀ ਵਾਲੇ ਨਾਲ ਰਹਿੰਦੇ ਤੁਹਾਡੇ? ਨਹੀਂ ਨਹੀਂ, ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਸਾਡੇ ਨਾਲ ਨਾ ਆਓ। ਸਾਨੂੰ ਨਹੀਂ ਚਾਹੀਦੀ ਕੋਈ ਖਤਰਾ ਨਹੀਂ ਹੈ ਪਾਕਿਸਤਾਨ ਤੋਂ। ਤੇ ਇਹ ਵੀਰ ਭਾਈ ਦਾ ਪਤਾ ਨਹੀਂ ਮਿਲਣਾ ਤੁਹਾਨੂੰ? ਇਹ ਜੀ ਪਤਾ ਦੱਸਣਾ ਨਹੀਂ, ਬਹੁਤ ਸਾਰੇ ਲੋਕ ਮਿਲ ਗਏ ਆ ਤੁਹਾਡੇ ਕਰਕੇ, ਤਾਂ ਹੀ ਤਾਂ ਕਹਿੰਦੇ ਆ। ਬਹੁਤ ਸਾਰੇ ਮਿਲ ਗਏ ਬੰਦੇ ਜਿਨ੍ਹਾਂ ਨੂੰ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਮਿਲਾਂਗੇ ਜੀ। ਤੇ ਸਬੱਬ ਬਣਿਆ ਜੀ, ਤੇ ਭਾਜੀ ਨਾਲ ਨੇ ਕੀਤਾ ਟਰਾਈ ਤੇ ਸਾਰਾ ਕੁਝ। ਤੇ ਇਹ ਕਹਿਣ ਦੀ ਗੱਲ ਨਹੀਂ, ਦਿਲੋਂ ਮੈਨੂੰ ਵੀ ਜਿਹੜੇ ਦਿਲੋਂ ਪਸੰਦ ਉਹਨਾਂ 'ਚ ਇੱਕ ਬੰਦਾ ਹੈ। ਹਾਂਜੀ, ਤੇ ਇਹ ਆ ਵੀ ਹੁਣ ਮੈਂ ਹੋਸਟ ਆ ਤੇ ਮੇਰੇ ਪ੍ਰਾਹੁਣੇ ਮਹਿਮਾਨ ਬਣੇ ਆ, ਤੇ ਮੈਨੂੰ ਮੈਂ ਤਾਂ ਕਹਿੰਦਾ ਵੀ ਮੈਂ ਫੁੱਲਿਆ ਨਹੀਂ ਸਮਾਉਣ ਡਿਆ। ਤੇ ਆਪਣੇ ਦੂਜੇ ਬੰਦੇ ਵੀ ਆ ਗਏ ਆ। ਪਹਿਲਾ ਦਿਨ ਸੀ ਅੱਜ, ਕਿਸ ਤਰ੍ਹਾਂ ਦਾ ਰਿਹਾ ਫਿਰ ਕਾਨਫਰੰਸ ਦਾ? 3 ਦਿਨਾਂ ਜਿਹੜੀ ਇਹ ਕਾਨਫਰੰਸ ਆ, ਅੰਤਰਰਾਸ਼ਟਰੀ ਕਾਨਫਰੰਸ, ਇਹਦਾ ਪਹਿਲਾ ਦਿਨ ਸੀ। ਤੇ ਪਹਿਲੇ ਦਿਨ ਜਿਸ ਤਰੀਕੇ ਦੇ ਨਾਲ ਅੱਜ ਸਾਈਂ ਜ਼ਹੂਰ ਸਾਹਿਬ ਨੇ ਆਪਣੀ ਗਾਇਕੀ ਦਾ ਰੰਗ ਬੰਨ੍ਹਿਆ, ਜਿਸ ਤਰੀਕੇ ਦੇ ਨਾਲ ਅੱਜ ਕੁੜੀਆਂ ਤੇ ਮੁੰਡਿਆਂ ਨੇ ਗਿੱਧੇ ਤੇ ਭੰਗੜੇ ਦਾ ਰੰਗ ਪੇਸ਼ ਕੀਤਾ, ਉਹਨਾਂ ਅੱਜ ਜਿਹੜੇ ਆਪਣੇ ਮੰਚ ਸੰਚਾਲਕ ਸਾਹਿਬ ਸੀ, ਬਹੁਤ ਸਤਿਕਾਰਯੋਗ, ਮੇਰੇ ਚੇਤੇ ਚੋਂ ਨਾਮ ਵਿਸਰ ਗਿਆ ਉਹਨਾਂ ਦਾ, ਉਹ ਕਹਿੰਦੇ ਜੀ ਕਿ ਸਾਡਾ ਅਫਜ਼ਲ ਸਾਹਿਬ ਸਾਹਿਬ, ਉਹ ਕਹਿੰਦੇ ਜੀ ਕਿ ਹਾਲੇ ਸਾਡਾ ਭੰਗੜਾ ਨਾ ਨਵਾਂ, ਹਾਲੇ ਬਚਪਨੇ ਦੇ ਵਿੱਚ ਆ। ਮੈਨੂੰ ਲੱਗਿਆ ਉਹ ਜਵਾਨ ਆ, ਉਹਦੀ ਕੁੰਡੀ ਮੁੱਛ ਹੋਈ ਵੀ ਆ। ਉਹ ਸੱਚੀ ਮੁੱਚੀ ਬਹੁਤ ਕਮਾਲ ਦਾ ਭੰਗੜਾ ਸੀ, ਬੜਾ ਸੋਹਣਾ ਗਿੱਧਾ ਸੀ। ਪਹਿਲਾ ਦਿਨ ਬਾਕਮਾਲ ਸੀ। ਕੱਲ੍ਹ ਤੇ ਪਰਸੋਂ 2 ਦਿਨ ਹੋਰ ਜਿਹੜੇ ਵਿਚਾਰ ਸੁਣਾਂਗੇ ਵੱਖ-ਵੱਖ ਸ਼ਖਸੀਅਤਾਂ ਨੇ, ਤੇ ਤੁਸੀਂ ਬੜੀਆਂ ਮੁੱਲਵਾਨ ਸ਼ਖਸੀਅਤਾਂ ਨੂੰ ਮਿਲਾਇਆ, ਦਰਸ਼ਨ ਕਰਵਾਏ ਆ। ਤੁਹਾਡਾ ਧੰਨਵਾਦ ਆ, ਤੁਹਾਡਾ ਧੰਨਵਾਦ। ਸੱਚੀ ਮੁੱਚੀ। ਕਿਵੇਂ ਭਾਈ ਸੁਨੈਬ ਭਾਈ, ਕਿਸ ਤਰ੍ਹਾਂ ਤੁਹਾਡਾ ਐਕਸਪੀਰੀਅੰਸ ਲੰਮਾ ਚੌੜਾ ਮੀਡੀਆ 'ਚ, ਕਿਸ ਤਰ੍ਹਾਂ ਦਾ ਇਕੱਠ ਰਿਹਾ ਅੱਜ ਦਾ? ਬੜਾ ਮਤਲਬ ਉਮੀਦ ਤੋਂ ਬਹੁਤ ਵੱਡਾ, ਔਰ ਸੱਚੀ ਰੂਹ ਨੂੰ ਸ਼ਾਰ ਕਰਨ ਵਾਲਾ ਇਹ ਇਕੱਠ ਸੀਗਾ। ਰਹਿਣਾ ਸਾਹਿਬ ਮੇਰੇ ਮੂਹਰੇ ਬੈਠੇ ਸੀ, ਮੈਂ ਮੰਜੇ ਲਾਈਨ 'ਚ ਬੈਠਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜਦੋਂ ਤਾੜੀਆਂ ਮਾਰ ਰਹੇ, ਹਰ ਗੱਲ ਤੇ ਮਾਰਦੀਆਂ ਪੈ ਰਹੀਆਂ, ਹੱਥ ਦੁਖਣ ਲੱਗ ਗਏ, ਇਵੇਂ ਹੁੰਦਾ ਨਹੀਂ। ਤੇ ਹਰ ਸ਼ਖਸੀਅਤ ਜਿਹੜੀ ਵੀ ਉੱਥੇ ਸੀ ਕਮਾਲ ਦੀ ਸੀ। ਜ਼ਹੂਰ ਸਾਈਂ ਸਾਹਿਬ ਸੁਣਿਆ ਸੀ, ਅੱਜ ਦੇਖਿਆ, ਔਰ ਕਮਾਲ ਦੀ ਪਰਫਾਰਮੈਂਸ ਸੀ। ਤੁਹਾਨੂੰ ਵੀ ਸਟੇਜ ਦੇ ਉੱਤੇ ਦੇਖਿਆ। ਤੁਹਾਡੇ ਜਿਹੜੇ ਯਤਨ ਨੇ ਇੱਧਰੋਂ ਰਹਿ ਕੇ ਕੀਤੇ ਜਾ ਰਹੇ ਆ, ਬੜੇ ਥੋੜੇ ਸਾਧਨਾਂ ਦੇ ਨਾਲ, ਉਹ ਦੱਸ ਰਹੇ ਆ ਕਿ ਕੰਮ ਬੋਲਦਾ ਹੈ ਨਾ, ਸਾਡੇ ਵਾਲਾ ਦਾ ਵੀ ਬੋਲਦਾ, ਤੁਹਾਡਾ ਕੰਮ ਕਮਾਲ ਦਾ। ਪਰ ਇੱਕ ਗੱਲ ਹੋਰ ਆ, ਜਿੰਨਾ ਵੱਡਾ ਤੁਸੀਂ ਸਮਾਗਮ ਕਰਵਾਤਾ ਇਹ, ਜੇਕਰ ਇੱਥੇ ਲਾਹੌਰ ਦੇ ਵਿੱਚ ਹੀ ਕਿਸੇ ਹੋਰ ਸੰਸਥਾ ਦੇ ਕਰਵਾਉਣਾ ਹੋਵੇ ਤਾਂ ਇਹਦੇ ਨਾਲੋਂ ਕਈ ਗੁਣਾ ਵੱਧ ਯਤਨ ਕਰਨੇ ਪੈਣਗੇ। ਤੁਸੀਂ ਇੱਕ ਤੋਂ ਉੱਥੇ ਸੈੱਟ ਕਰਤਾ, ਮਿਆਰ ਉਹਦਾ ਐਸਾ ਸੈੱਟ ਕੀਤਾ, ਆਰਗੇਨਾਈਜ਼ਰ ਨੂੰ ਐਸਾ ਕੀਤਾ ਵੀ ਉਹਦੇ ਲਈ ਯਤਨ ਆਮ ਨਾਲੋਂ ਅਨੋਖੇ, ਵੱਡੇ, ਅਵੱਲੇ, ਅਲੱਗੇ ਕਰਨੇ ਪੈਣਗੇ। ਉਹ ਹੁੰਦਾ ਇਸ ਤਰ੍ਹਾਂ, ਮੈਂ ਅੱਗੇ ਗੱਲ ਸ਼ੇਅਰ ਕਰਨ ਡਿਆ, ਅੱਗੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ। ਇਸ ਤਰ੍ਹਾਂ ਦਾ ਪ੍ਰੋਗਰਾਮ ਕਰਾਉਣ ਵਾਸਤੇ ਪਹਿਲਾਂ ਬਹੁਤ ਸਾਰੀ ਮਿਹਨਤ ਕਰਨੀ ਚਾਹੀਦੀ ਹੈ। ਲਿਟਰੇਚਰ ਦੇ ਬੰਦਿਆਂ ਨੂੰ, ਮਸਲੇ ਫੀਲਡ ਦੇ ਬੰਦਿਆਂ ਨੂੰ, ਉਹਨਾਂ ਨੂੰ ਜਾ ਕੇ ਕਨਵਿੰਸ ਕਰਨਾ ਵੀ ਤੁਸੀਂ ਆਓ, ਜਿਵੇਂ ਤੁਸੀਂ ਅੱਗੇ ਕਰਦੇ ਸੀ, ਸਪੈਸ਼ਲ ਲੈਣਾ ਪੈਂਦਾ ਨਾਲ। ਬਿਲਕੁਲ ਇਹ ਗੱਲ ਸੱਚੀ ਆ। ਜਿਵੇਂ ਕਵੀਆਂ ਦੇ ਬਾਰੇ ਤਾਂ ਗੱਲ ਮਸ਼ਹੂਰ ਹੈ ਨਾ, ਵੀ ਕਵੀ ਦਰਬਾਰ ਦੇ ਵਿੱਚ ਬੰਦੇ ਹੀ 50 ਹੁੰਦੇ ਆ, ਉਹਨਾਂ ਵਿੱਚੋਂ 50 ਦੇ ਵਿੱਚੋਂ 15 ਨੇ ਕਵਿਤਾ ਸੁਣਾਉਣੀ ਆ। ਫਿਰ ਉਹਦੇ 'ਚ ਕਹਿੰਦੇ ਅੱਜ ਰਸਤੇ ਵਿੱਚ ਅਸੀਂ ਇੱਕ ਕਵੀ ਮਿਲਿਆ, ਮੈਂ ਤਾਂ ਉਹਦੇ ਮੂਹਰੇ ਵੀ ਗੱਜ ਆਇਆ, ਉਹਨੂੰ ਆਪਣੀ ਕਵਿਤਾ ਸੁਣਾ ਆਇਆ ਤੇ ਉਹਦੀ ਸੁਣਨ ਤੋਂ ਪਹਿਲਾਂ ਭੱਜ ਆਇਆ। ਸਾਡੇ ਇਹ ਹਾਲਾਤ ਬਣੇ ਪਏ ਆ, ਠੀਕ ਆ। ਪਰ ਅੱਜ ਤੁਸੀਂ ਸੱਚੀ ਮੁੱਚੀ ਮੁੱਲਵਾਨ ਗੱਲਾਂ
ਕੀਤਾ ਗਿਆ। ਅਸੀਂ ਜੇਕਰ ਉੱਥੇ ਬੰਦੇ ਇਕੱਠੇ ਕਰਦੇ ਹੋਣ 100 ਕਵੀ ਦਰਬਾਰ ਤੇ, ਤੇ ਉੱਥੇ ਨਾਲ ਲਿਖਣਾ ਪੈਂਦਾ ਕਈ ਵਾਰ ਕਿ ਇੱਥੇ ਪ੍ਰਸ਼ਾਦਾ ਪਾਣੀ ਵੀ ਹੈ। ਬੰਦਾ ਇਹ ਨਹੀਂ ਸੋਚਦਾ ਵੀ ਭਾਈ ਕਵੀ ਕਿਹੜਾ ਹੈ, ਅਗਲਾ ਇਹ ਕਹਿੰਦਾ ਪਨੀਰ ਹੈ। ਪਕੌੜੇ ਲਿਖਣੇ ਪੈਂਦੇ ਨੇ। ਕੈਨੇਡਾ ਦੇ ਵਿੱਚ ਵੀ ਜੇ ਕੋਈ ਪ੍ਰੋਗਰਾਮ ਹੁੰਦਾ ਨਾ ਉਹ ਵੱਡਾ ਕਰਕੇ ਕਿ ਮੈਂ ਇੱਕ ਮੀਟਿੰਗ 'ਚ ਬੈਠਾ ਸੀ ਕੈਨੇਡਾ ਦੇ ਮੈਂ ਇਹ ਗੱਲ ਕਰ ਲੱਗਾ ਸਰ ਵੀ ਇਹ ਤੁਹਾਡੇ ਸਾਰਿਆਂ ਦਾ ਦੇ ਮਤਲਬ ਦੇ ਇਹਦੇ 'ਤੇ ਤੁਸੀਂ ਆਏ ਹੋ, ਇੱਕ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਕਿ ਮੈਡਮ ਤੁਸੀਂ ਸਾਰੇ ਆਏ ਬੜੇ ਵੱਡੇ ਨਾਮ ਇੱਧਰ ਵੀ ਲੋਕ ਵੇਖਦੇ ਆ ਫੋਲੋ ਕਰਦੇ ਆ। ਉਸ ਤੋਂ ਹਟ ਕੇ ਮੈਂ ਨਾ ਵੀ ਸੋਸ਼ਲ ਮੀਡੀਆ ਦਾ ਜਿਹੜਾ ਕ੍ਰੈਡਿਟ ਹੈ ਨਾ ਉਹਨੂੰ ਪਾਸੇ ਪਰਦਾ ਕੀਤਾ ਜਾਂਦਾ। ਨੌਜਵਾਨ ਮੁੰਡੇ ਕੁੜੀਆਂ ਮੈਨੂੰ ਲੱਗਦਾ ਕਿ ਰਿਵਾਈਵਲ ਪੰਜਾਬੀ ਦੀ ਹੋਣੀ ਦੇਖਦੇ ਵੀ ਆਪਣਾ ਵਾਕਈ ਸਾਡਾ ਕਲਚਰ ਹੈ, ਅਸੀਂ ਇਹ ਤੋਂ ਵਿਸਰੇ ਫਿਰਨੇ। ਤੁਸੀਂ ਇਸ ਲਈ ਸੋਸ਼ਲ ਮੀਡੀਆ ਦੀ ਅਸਲ ਵਰਤੋਂ ਕਰਨ ਵਾਲੇ ਲੋਕ ਉਹਦੀ ਦੁਰਵਰਤੋਂ ਕਰਨ ਵਾਲਿਆਂ ਦੇ ਵਿੱਚ ਨਹੀਂ ਹੈਗੇ। ਉਹਦੀ ਧੀ ਦੀ ਭੈਣ ਦੀ ਕਰਤੀ ਇਹ ਨਹੀਂ ਕਰਦੇ, ਉਹ ਇਹ ਕਿ ਧੀਆਂ ਭੈਣਾਂ ਨੂੰ ਇੱਕ ਥਾਂ ਦੇ ਉੱਤੇ ਲਿਆਉਣ ਵਾਲਾ ਯਤਨ ਜਿਹੜਾ ਕੀਤਾ ਸਾਰੇ ਵਰਗਾਂ ਨੂੰ, ਇਹ ਵੱਡਾ ਯਤਨ। ਸੋਸ਼ਲ ਮੀਡੀਆ ਦੀ ਵਰਤੋਂ ਹੋਣੀ ਇਵੇਂ ਚਾਹੀਦੀ। ਅਸਲੀ ਵਰਤੋਂ ਜਿਹੜੀ ਇਹਨੂੰ ਕਹਿ ਸਕਦੇ ਹਾਂ ਅਸੀਂ, ਤੁਸੀਂ ਅਸਲੀ ਵਰਤੋਂ ਕੀਤੀ। ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਤੁਹਾਨੂੰ ਮਿਲੇ, ਤੁਸੀਂ ਸਾਨੂੰ ਮਿਲੇ, ਹੈ ਨਾ। ਤੇ ਅਸੀਂ ਬਹੁਤ ਸਾਰੇ ਇਹੋ ਜਿਹੇ ਸਾਡੇ ਆਪਣੇ ਪੰਜਾਬੀ ਵੀਰ ਭੈਣਾਂ ਸਾਨੂੰ ਮਿਲੇ ਜਿਨ੍ਹਾਂ ਨੂੰ ਮਿਲ ਕੇ ਲੱਗਾ ਕਿ ਨਹੀਂ ਸਾਨੂੰ ਆਪਣਾ ਲਾਹੌਰ ਦੇਖਣਾ ਚਾਹੀਦਾ। ਮੇਰੀ ਮਾਂ ਜਿਹੜੀ ਹੈ ਉਹ ਇੱਧਰ ਦੇ ਪੰਜਾਬ ਦੀ ਸੀ। ਇੱਕ ਤਾਂ ਉਹ ਮੇਰੀ ਬੜੀ ਤਮੰਨਾ ਸੀ ਕਿ ਮੈਂ ਜਾਵਾਂ, ਕਿਉਂਕਿ ਫੈਮਿਲੀ ਦੇ ਵਿੱਚੋਂ ਕੋਈ ਵੀ ਨਹੀਂ ਆ ਸਕਿਆ ਆਜ਼ਾਦੀ ਤੋਂ ਬਾਅਦ। ਜਦੋਂ ਕਹਿ ਰਹੇ ਵੀ ਭਾਰਤ ਆਜ਼ਾਦ ਹੋਇਆ ਜਾਂ ਵੱਖ-ਵੱਖ ਹੋਏ ਦੋਨੋਂ ਪੰਜਾਬ ਲਹਿੰਦਾ ਚੜ੍ਹਦਾ, ਤਾਂ ਉਸ ਤੋਂ ਬਾਅਦ ਨਹੀਂ ਆਇਆ ਗਿਆ। ਪਰ ਹੁਣ ਇੱਕ ਮੌਕਾ ਮਿਲਿਆ ਸਾਨੂੰ। ਇਹ ਨਹੀਂ ਸੁਣ ਕੇ ਬੜਾ ਲੱਗਾ, ਮੈਨੂੰ ਤਾਂ ਕੋਈ ਔਖਾ ਲੱਗੇ ਨਹੀਂ, ਅਜੀਬ ਵੀ ਨਹੀਂ ਲੱਗਾ। ਵੇਖਣ ਨੂੰ ਲੱਗਾ ਕਿ ਅਸੀਂ ਚਾਹੇ ਉੱਧਰਲਾ ਪੰਜਾਬ ਆ ਚਾਹੇ ਇੱਧਰਲਾ ਪੰਜਾਬ ਆ, ਇੱਕੋ ਜਿਹੀ ਬੋਲੀ ਹੈ, ਇੱਕੋ ਜਿਹਾ ਪਹਿਰਾਵਾ, ਇੱਕੋ ਜਿਹਾ ਖਾਣਾ ਪੀਣਾ, ਸਾਰਾ ਕੁਝ ਇੱਕੋ ਜਿਹਾ। ਮੈਨੂੰ ਸੱਚੀ ਦੱਸਾਂ ਤਾਂ ਮੈਨੂੰ ਬੜੀ ਦਿਲੀ ਤਮੰਨਾ ਸੀ। ਉਹ ਕਹਿੰਦੇ ਨਾ ਵੀ ਕੁਝ ਇਹੋ ਜਿਹਾ ਕਰਕੇ ਜਾਓ ਕਿ ਹਰ ਕੋਈ ਤੁਹਾਨੂੰ ਯਾਦ ਰੱਖੇ। ਤੇ ਜਦੋਂ ਕੋਈ ਬੰਦਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਾਸਤੇ ਕੋਈ ਕੰਮ ਕਰਦਾ ਨਾ, ਮੈਨੂੰ ਪਰਸਨਲੀ ਤੌਰ 'ਤੇ ਦੱਸਾਂ ਕਿ ਮੈਨੂੰ ਤਾਂ ਬੜਾ ਵਧੀਆ ਲੱਗਦਾ। ਤੇ ਤੁਸੀਂ ਜਿਹੜੇ ਕੰਮ ਕਰਦੇ ਹੋ ਖਾਸ ਤੌਰ ਤੇ ਤੁਸੀਂ ਉਹ ਅੰਜੂ ਮਿਆਂ ਰਜ਼ਾ ਸਰ ਨੇ, ਉਹਨਾਂ ਨੇ ਅੱਜ ਵਾਕਈ ਕਮਾਲ ਕਰ ਦਿੱਤਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਹੁਣ ਸਾਡੇ ਸਾਰਿਆਂ ਦੇ ਆਂਦੇ ਹੁੰਦੇ ਨਾ ਵੀ ਗੱਡੀ ਜਿਹੜੀ ਹੈ ਨਾ ਇੰਜਨ ਨਾਲ ਚੱਲਦੀ ਹੈ, ਸਾਡਾ ਇੰਜਨ ਆ ਗਿਆ। ਇੰਜਨ ਸਾਹਿਬ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਰਿਹਾ? ਬਹੁਤ ਮਿਹਰਬਾਨੀ ਜੀ। ਲਹਿੰਦੇ ਪੰਜਾਬ ਵਾਲਿਆਂ ਨੇ ਇੱਕ ਨਵਾਂ ਨਾਮ ਦੇਤਾ। ਹੁਣ ਤੱਕ ਮਸਾ ਇੱਕ ਨਾਮ ਸਟੈਬਲਿਸ਼ ਕੀਤਾ ਸੀ ਮਲਕੀਤ ਰਾਵਣ ਕਰਕੇ। ਇਹ ਪਤਾ ਨਹੀਂ ਤਾਂ ਉਧਰਲੇ ਪੰਜਾਬ 'ਚ ਹੁਣ ਉਹ ਚੱਲਿਆ ਕਰੂਗਾ, ਇੱਧਰ ਫਿਰ ਇਹ ਚੱਲਿਆ ਕਰੂਗਾ। ਤੁਸੀਂ ਸੱਚੋ ਤੁਸੀਂ ਮੈਟਰੋ ਵਾਲੇ ਇੰਜਣ ਆ ਭਾਅ ਫੜੇ ਨਹੀਂ ਨਹੀਂ ਉਹ ਨਾ ਕਹਿਣਾ ਸਾਹਿਬ ਕੋਲੇ ਵਾਲੇ ਵੀ ਮੈਂ ਇਸ ਤੋਂ ਗਿਆ ਵੀ ਜਿਹੜਾ 80, 90, 100, 150 ਡੱਬਾ ਵੀ ਉਹਨਾਂ ਲੱਗਿਆ ਉਹ ਸਾਰਿਆਂ ਨੂੰ ਖਿੱਚ ਕੇ ਦੇਵਾ ਇਹ ਕਿਰਦਾਰ ਇਹਨਾਂ ਦਾ ਵੱਡੀ ਸ਼ਖਸੀਅਤ ਸਾਡੀ। ਮਾਂਗਰ ਸਾਹਿਬ ਇਹਨਾਂ ਦਾ ਬਹੁਤ ਵੱਡਾ ਕਿਰਦਾਰ ਹੈ ਇਹਦੇ 'ਚ। ਤੇ ਮੈਂ ਨਾ ਵੀ ਇਸ ਪ੍ਰੋਗਰਾਮ ਦੀ ਜਿਹੜੀ ਪਹਿਚਾਣ ਹੈ ਨਾ, ਇਹਦਾ ਲੋਕਾਂ ਦੀ ਅਟਰੈਕਸ਼ਨ ਹੈ ਉਹ ਤੁਹਾਡੇ ਆਉਣ ਦੀ ਵਜ੍ਹਾ ਬਣੀ ਹੈ। ਅੱਜ ਸਾਰਿਆਂ ਦਾ ਸਾਡੀ ਦੀ 10% ਕੋਸ਼ਿਸ਼ ਹੈ ਤੁਹਾਡੀ ਉਹਦੇ 'ਚ ਪਾਈ ਅਸੀਂ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਪਰ ਭਾਜੀ ਐਵੇਂ ਢਿੱਲੋਂ ਸਾਹਿਬ ਮਾਨ ਦੇਈ ਜਾਂਦੇ ਨੇ, ਕਿਉਂਕਿ ਇਹ ਆਏ ਤਾਂ ਜੇ ਬੁਲਾਏ ਇਹਨਾਂ ਨੇ, ਜੇ ਇਹਨਾਂ ਨੇ ਪਹਿਲਾਂ ਐਫਰਟ ਕੀਤੀ। ਬਹੁਤ ਵੱਡਾ ਉਪਰਾਲਾ, ਬਹੁਤ ਵੱਡੀ ਗੱਲਬਾਤ ਹੈ। ਸੋ ਅੱਜ ਪਹਿਲਾ ਦਿਨ ਸੀ ਸਾਡੀ ਕਾਨਫਰੰਸ ਦਾ। ਬਹੁਤ ਚੰਗਾ ਲੱਗਿਆ ਤੇ ਬਹੁਤ ਖੁਸ਼ੀ ਵੀ ਹੋਈ ਤੇ ਸੱਚੀ ਮੁੱਚੀ ਜਿਹੜੇ ਪੈਨਲ ਡਿਸਕਸ ਹੋਏ, ਕਿਉਂਕਿ ਅਕਸਰ ਜਦੋਂ ਅਸੀਂ ਪੰਜਾਬੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਪੰਜਾਬੀ ਕਾਨਫਰੰਸ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਬਹੁਤ ਵਾਰ ਗਿੱਧੇ ਭੰਗੜੇ ਤੱਕ ਜਾਂ ਕਲਚਰ ਪ੍ਰੋਗਰਾਮ ਤੱਕ ਸੀਮਿਤ ਰਹੇ ਨੇ। ਜਿਹੜੀਆਂ ਗੱਲਾਂ ਅੱਜ ਬਣੀਆਂ ਨਾ ਸਵੇਰ ਦੇ ਕਿਸਮ ਦੇ ਵਿਸ਼ਿਆਂ ਨੂੰ ਲੈ ਕੇ ਜਿਹੜੀ ਇਹਦੀ ਪੈਨਲ ਡਿਸਕਸ਼ਨ ਹੋਈ, ਉਹਦੇ ਵਿੱਚ ਜਿਹੜੇ ਡਿਸਕਸ ਕਰਨ ਵਾਲੇ ਬੰਦੇ ਸੀਗੇ ਇਹਨਾਂ ਨੇ ਬਹੁਤ ਕਮਾਲ ਦੇ ਬੰਦੇ ਚੁਣੇ, ਜਿਹੜੇ ਆਪੋ ਆਪਣੇ ਦੇਸ਼ਾਂ ਦੇ ਮਾਹਰ ਸੀਗੇ ਤੇ ਉਹਨਾਂ ਨੇ ਬਹੁਤ ਚੰਗੀ ਸਟੱਡੀ ਦੇ ਬਹੁਤ ਤਿਆਰੀ ਦੇ ਨਾਲ ਇੱਥੇ ਆਏ। ਸੋ ਜਿੰਨਾ ਉਹਦਾ ਹਾਲ ਸੀਗਾ, ਮੈਂ ਕਹਿੰਦਾ ਉਹ ਹਾਲ ਦੇ ਵਿੱਚੋਂ ਜਿੰਨੇ ਲੋਕ ਸੁਣਨ ਵਾਲੇ ਸੀਗੇ ਉਹਨਾਂ ਕੋਲ ਇੱਕ ਬਹੁਤ ਚੰਗੀ ਜਾਣਕਾਰੀ ਪਹੁੰਚੀ ਹੈ। ਉਹਨਾਂ ਕੋਲ ਇੱਕ ਬਹੁਤ ਚੰਗੀ ਜਿਹੜੀ ਖਾਸ ਕਰਕੇ ਪੰਜਾਬੀ ਪ੍ਰਚਾਰ ਸੰਸਥਾ ਜਾਂ ਪੰਜਾਬੀ ਲਹਿਰ ਦੀ ਸੋਚ ਹੈ ਉਹ ਉਹਨਾਂ ਤੱਕ ਗਈ ਹੈ ਕਿ ਇਹਨਾਂ ਬੰਦਿਆਂ ਦਾ ਮਕਸਦ ਕੀ ਹੈ। ਕਿ ਸਾਰਾ ਕੁਝ ਨੇ 6 ਮਹੀਨੇ ਤੱਕ ਐਕਸਰਸਾਈਜ਼ 'ਚ ਲੱਗੇ ਹੋਏ ਨੇ, ਮਹੀਨਾ ਹੋਰ ਬਾਅਦ 'ਚ ਵੀ ਲੱਗੇ ਰਹਿਣਗੇ। ਉਹਦਾ ਜਿਹੜਾ ਪੂਰਾ ਮਕਸਦ ਕੀ ਸੀ, ਉਹਦੇ ਕਿਉਂ ਇਹ ਤਤਪਰ ਹੋਏ ਤੇ ਕਿਉਂ ਇਹਨਾਂ ਨੇ ਏਡਾ ਬੜਾ ਉਪਰਾਲਾ ਕੀਤਾ, ਉਹ ਸਾਰਾ ਮਕਸਦ ਮੈਂ ਤਾਂ ਅੱਜ ਪਹਿਲੇ ਦਿਨ ਦੀ ਕਾਨਫਰੰਸ ਦੇਖ ਕੇ ਧੰਨ ਹੋ ਗਿਆ। ਸੋ ਹਾਲੇ 2 ਦਿਨ ਬਾਕੀ ਨੇ ਸਾਡੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ ਜਨਾਬ। ਇੱਕ ਤਾਂ ਹੋਰ ਗੱਲ ਜਿਵੇਂ ਤੁਹਾਡੀਆਂ ਫਿਲਮਾਂ ਹਾਊਸਫੁੱਲ ਆ, ਉਵੇਂ ਅੱਜ ਪਹਿਲੀ ਵਾਰ ਦੇਖਿਆ ਕਿ ਪੰਜਾਬੀ ਬੋਲੀ ਦੇ ਇਕੱਠੇ ਹੋਏ ਬੰਦਿਆਂ ਦਾ ਹਾਊਸਫੁੱਲ ਆ। ਬੰਦੇ ਖੜੇ ਸੀ ਉੱਥੇ, ਬਹੁਤ ਕਮਾਲ। ਹਾਲ ਤੋਂ ਬਾਅਦ ਵੀ ਖੜੇ ਸੀ, ਖਾਸ ਕਰਕੇ ਡਿਸਕਸ਼ਨ ਵੇਲੇ ਨਾ ਜਦੋਂ ਫਾਈਨਲ ਡਿਸਕਸ਼ਨ ਦੇ ਨੇ, ਉਦੋਂ ਲੋਕਾਂ ਨੂੰ ਲੱਗਦਾ ਨਹੀਂ ਹੁਣੇ ਬੰਦੇ ਬੋਲ ਕਰਨਗੇ, ਹੁਣ ਚੱਲੀਏ। ਜਦੋਂ ਕੋਈ ਗਾਉਣ ਵਜਾਉਣ ਦਾ ਪ੍ਰੋਗਰਾਮ ਹੋਊਗਾ, ਕੋਈ ਕਲਚਰ ਪ੍ਰੋਗਰਾਮ ਹੋਊਗਾ, ਉਦੋਂ ਅਸੀਂ ਆ ਜਾਵਾਂਗੇ। ਪਰ ਇਹ ਬੜੀ ਖੂਬਸੂਰਤ ਗੱਲ ਸੀ। ਸਾਰੇ ਬੰਦਿਆਂ ਨੇ ਬੜੇ ਧਿਆਨ ਦੇ ਨਾਲ, ਬੜੇ ਸਲੀਕੇ ਦੇ ਨਾਲ ਜਦੋਂ ਪਬਲਿਕ ਵਿੱਚੋਂ ਵੀ ਇਹ ਪੁੱਛਿਆ ਕਿ ਤੁਸੀਂ ਕੁਐਸਚਨ ਕਰੋ ਤਾਂ ਲੋਕਾਂ ਨੇ ਸਵਾਲ ਵੀ ਕੀਤੇ। ਇਟ ਮੀਨਸ ਕਿ ਸਾਰੇ ਲੋਕ ਆ ਉਹਨੂੰ ਬੜੇ ਚੰਗੀ ਤਰ੍ਹਾਂ ਤਰੀਕੇ ਨਾਲ ਸੁਣ ਰਹੇ ਸੀ ਤੇ ਚੰਗੀ ਤਰ੍ਹਾਂ ਮੈਂ ਸੀਗਾ
ਸੋਚ ਹੈ ਕਿ ਅਮਲ ਵਿੱਚ ਲੈ ਕੇ ਆਉਣਗੇ। ਰੌਣੀ ਸਰ ਮੈਂ ਇੱਕ ਚੀਜ਼ ਹੋਰ ਕਹਾਂਗੀ, ਜਿਹੜੇ ਇੱਥੇ ਪੈਨਲਿਸਟ ਸੀ ਉਹ ਤਾਂ ਬੜੇ ਵਧੀਆ ਸੀ, ਪਰ ਮੈਨੂੰ ਜਿਹੜੇ ਭੌਰਾ ਸਰ ਵਾਲੇ ਪੈਨਲਿਸਟ ਦੇ ਨਾਲ ਐਂਕਰ ਸੀ ਉਹਨਾਂ ਦੀ ਜਿਹੜੀ ਇੱਕ ਬੋਲਬਾਣੀ ਸੀ ਤੇ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਸੀ ਉਹ ਬਹੁਤ ਹੀ ਵਧੀਆ ਸੀ, ਬੜੀ ਬਾਕਮਾਲ ਲੱਗੀ। ਗਿੱਧੇ ਭੰਗੜੇ ਦਾ ਤਾਂ ਕਮਾਲ ਹੀ ਕਰ ਦਿੰਦੇ ਨਾ, ਲੱਗਦਾ ਹੀ ਨਹੀਂ ਸੀ ਵੀ ਅਸੀਂ ਇੱਧਰ ਆ ਜਾਂ ਉੱਧਰ ਆ। ਮਤਲਬ ਮੈਨੂੰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਹੜੀਆਂ ਸਰਹੱਦਾਂ ਪਈਆਂ ਹੋਈਆਂ ਨੇ ਨਾ ਉਹ ਸਾਡੇ ਵਾਸਤੇ ਪਾਈਆਂ ਗਈਆਂ ਨੇ, ਪਰ ਉਹ ਲੱਗਦਾ ਕਿ ਖਿੱਚ ਪੈਂਦੀ ਹੈ ਇੱਧਰਲੇ ਪੰਜਾਬ ਦੇ ਨਾਲ, ਆਪਣੇ ਆਪ ਹੀ ਖਿੱਚ ਪੈਂਦੀ ਹੈ ਵੀ ਜਾਣਾ ਹੈ ਮਿਲਣਾ। ਉਹ ਕਹਿੰਦੇ ਸੀ ਵੀ ਲਾਹੌਰ ਨਹੀਂ ਵੇਖਿਆ ਤੇ ਉਹ ਜੰਮਿਆ ਨਹੀਂ, ਤੇ ਅੱਜ ਮੈਨੂੰ ਲੱਗਦਾ ਕਿ ਮੈਂ ਅੱਜ ਜੰਮੀ ਆ, ਅੱਜ ਆਈ ਹਾਂ ਤੇ ਅੱਜ ਹੀ ਜੰਮੀ ਆ। ਮੁਝੇ ਜਿੰਨੇ ਸਾਰੇ ਪ੍ਰੋਗਰਾਮ ਸੀ ਨਾ, ਸਾਰੇ ਪ੍ਰੋਗਰਾਮਾਂ ਵਿੱਚ ਉਹ ਸਾਈਂ ਜ਼ਹੂਰ ਜੀ ਵਾਲਾ ਸੀਗਾ। ਸਾਈਂ ਜ਼ਹੂਰ ਜੀ ਇਸ ਉਮਰ ਦੇ ਵਿੱਚ ਕਿਆ ਕਮਾਲ ਦਾ ਰੰਗ ਦੇ ਕੇ ਗਏ ਨੇ। ਗਾਉਣ ਦੇ ਨਾਲ ਨਾਲ 90 ਸਾਲ ਦੀ ਉਮਰ ਤੇ ਮੈਂ ਕਹਿੰਦਾ ਕਿ 90 ਸਾਲ ਦੀ ਉਮਰ ਦੇ ਵਿੱਚ ਕਿਆ ਕਮਾਲ ਦਾ ਰੰਗ ਹੈ, ਉਹ ਤੁਸੀਂ ਜਿਹੜਾ ਸਾਂਭ ਕੇ ਰੱਖਿਆ ਨਾ ਉਹ ਚੀਜ਼, ਕਿਉਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਕੋਈ ਵੀ ਜਿਹੜਾ ਕਲਾਕਾਰ ਆ ਉਹਦੇ ਲਈ ਇੱਕ એનર્ਜੀ, ਉਹਦੇ ਲਈ ਇੱਕ ਆਕਸੀਜਨ ਦਾ ਕੰਮ ਕਰਦੀ ਹੈ, ਜਿਹੜੀ ਉਹਨਾਂ ਨੂੰ ਹੱਲਾਸ਼ੇਰੀ ਉੱਥੋਂ ਦੀ ਆਵਾਮ ਦੀ ਹੈ। ਸੋ ਇਹਨਾਂ ਲੋਕਾਂ ਨੇ ਸਾਈਂ ਜ਼ਹੂਰ ਵਰਗੇ ਲੋਕ ਸਾਂਭ ਕੇ ਰੱਖੇ ਨੇ। ਦੂਜੀ ਗੱਲ ਹੈ ਉਹ ਤੋਂ ਬਿਨਾਂ ਵੀ ਸਾਡੇ ਵੱਲੋਂ ਵੀਰ ਸਿੰਘ ਜਦੋਂ ਆਇਆ, ਵੀਰ ਸਿੰਘ ਨੇ ਜਦੋਂ ਆਪਣੀ ਹਾਈ ਲਵਾਈ ਹੈ ਤਾਂ ਮੈਨੂੰ ਲੱਗਦਾ ਸੀ ਸਾਰਾ ਜਿਹੜਾ ਹਾਲ ਉਹ ਸੁੰਨ ਹੋ ਕੇ ਸੁਣਦਾ ਸੀਗਾ। 13 ਜਦੋਂ ਅਸੀਂ ਸਾਰੇ ਲੋਕਾਂ ਨੇ ਕਿਹਾ ਕਿ ਵੀਰ ਸਿੰਘ ਤੇ ਤਾਂ 13 ਜ਼ਰੂਰ ਸੁਣਨਾ ਹੈ। ਸੋ ਇਹ ਬੜਾ ਕਮਾਲ ਦਾ ਇੱਕ ਐਸਾ ਮਾਹੌਲ ਬਣਿਆ। ਅਸੀਂ ਵੱਡੇ ਪ੍ਰੋਗਰਾਮ ਦੇਖੇ, ਬੜੀ ਕੰਟਰੀਆਂ ਦੇ ਪ੍ਰੋਗਰਾਮ ਦੇਖੇ, ਪਰ ਸੱਚੀ ਮੁੱਚੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਨਾ, ਸੱਚੀ ਵੀਰ ਤੁਸੀਂ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਇਹ ਬੜਾ ਚੰਗਾ ਸੱਜਾ ਪ੍ਰੋਗਰਾਮ ਲਿਖਿਆ, ਇਸੇ ਤਰ੍ਹਾਂ ਉਪਰਾਲੇ ਕਰਦੇ ਰਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ਕੱਲ੍ਹ ਵਾਲਾ ਸੈਸ਼ਨ ਜਿਹੜਾ ਅਸੀਂ ਸਾਰੇ ਲਾਈਵ ਵੀ ਕਰਨੇ ਤੇ ਨਾਲ ਦੇ ਨਾਲ ਛੋਟੇ ਵੀਡੀਓਜ਼ ਦੀ ਰਾਹੀਂ ਇਹਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਵੀ ਸ਼ੇਅਰ ਕਰਾਂਗੇ। ਬਹੁਤ ਮਿਹਰਬਾਨੀ ਸਾਹਿਬ। ਹੋ ਗਿਆ ਡਿਨਰ ਦਾ ਟਾਈਮ ਤੇ ਸਾਰੇ ਬੰਦੇ ਹੋ ਗਏ ਇਕੱਠੇ। ਅੱਜ ਲਾਹੌਰ ਦੇ ਸੰਡਿਆ ਮੈਂ ਆਓ ਉੱਥੇ ਖਲੋ ਕੇ ਤੁਹਾਨੂੰ ਲਾਹੌਰ ਵਿਖਾਵਾਂ, ਫਿਰ ਬੰਦਾ ਇੱਕ ਵਿਖਾਵਾਂ ਮਿਲਾਵਾਂ ਤੁਹਾਨੂੰ ਨਾਲੇ। ਧੁੰਦ ਵਾਲਾ ਮਸਲਾ ਹੈਗਾ ਅਜੇ ਵੀ, ਹੈ ਨਾ, ਥੋੜਾ ਕੁਛ ਹੱਲ ਹੋ ਗਿਆ। ਅੱਛਾ ਇੱਕ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਦਾ। ਹਾਂ ਇੱਧਰ ਦੀ ਪੁੱਛਦਾ ਮੈਂ ਤੁਹਾਨੂੰ। ਮਤਲਬ ਹੁਣ ਟ੍ਰੈਫਿਕ ਦਿਸ ਰਹੀ ਨਾ, ਜੇ ਟ੍ਰੈਫਿਕ ਦੇ ਵਿੱਚ ਖੜੇ ਹੋਈਏ ਹਾਂ ਫਿਰ ਮੁਸੀਬਤ ਲੱਗਦੀ ਹੈ। ਇੱਥੋਂ ਰੌਸ਼ਨੀਆਂ ਦਿਸਦੀਆਂ, ਹਾਂ ਹੈ ਨਾ। ਸਾਡੀ ਜ਼ਿੰਦਗੀ ਦੀਆਂ ਸਿਚੁਏਸ਼ਨਸ ਵੀ ਇਦਾਂ ਦੀਆਂ ਹੁੰਦੀਆਂ, ਜਦੋਂ ਵਿੱਚ ਫਸੇ ਹੁੰਦੇ ਆ ਨਾ ਉਦੋਂ ਟੈਨਸ਼ਨ ਹੁੰਦੀ। ਥੋੜਾ 2 ਪੈਰ ਪਿੱਛੇ ਆ ਕੇ ਦੇਖੀਏ ਨਾ, ਉੱਚੇ ਹੋ ਕੇ ਦੇਖੀਏ, ਫਿਰ ਉਹਦੀ ਰੌਸ਼ਨੀ ਹੁੰਦੀ। ਹਾਂ ਕੀ ਬਾਤ, ਇੱਥੇ ਆ ਕੇ ਜਦੋਂ ਆਪਾਂ ਦੇਖਦੇ ਹਾਂ ਥੱਲੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਪਰ ਜਿਹੜੇ ਫਸੇ ਹੋਣੇ ਵਿਚਾਰੇ ਉਹਨਾਂ ਨੂੰ ਲੱਗਦਾ ਹੋਣਾ ਵੀ ਪਤਾ ਨਹੀਂ ਕਦੋਂ ਜਾਮ ਖੁੱਲੂਗਾ, ਕਦੋਂ ਨਿਕਲਾਂਗੇ। ਤੇ ਮੈਂ ਤਾਰਫ ਕਰਾਦਾ ਇੱਧਰ ਉਸਾਮਾ ਆ ਗਿਆ ਫਰੂਟ ਮੰਡੀ ਦੇ ਨਾਂ ਤੇ ਇਹਨਾਂ ਦਾ ਚੈਨਲ। ਅਸੀਂ ਇਹਨਾਂ ਦੇ ਜੀ ਬਿਗ ਫੈਨ ਆ ਜੀ। ਇਹਨਾਂ ਦਾ ਗਾਣਾ ਰਾਤ ਨੂੰ ਰਜ਼ਾਈ 'ਚ ਮੂੰਹ ਲੈ ਕੇ ਜੇ ਸੁਣਿਆ ਹੋਵੇ ਨਾ ਜੀ, ਮੈਂ ਕਹਿੰਦਾ ਪੂਰੀ ਅੰਦਰ ਤੱਕ ਪਾਉਂਦਾ। ਹਾਏ ਹਾਏ ਹੋਰ ਕੀ ਬਾਤ, ਕੀ ਬਾਤ ਗੱਲਾਂ ਗੂੜੀਆਂ। ਸਰੋਇਆ ਸਾਹਿਬ ਇੱਧਰ ਆਓ ਇੱਕ ਮਿੰਟ। ਸਰੋਇਆ ਵੀ ਆ ਗਿਆ। ਸਰੋਇਆ ਸਾਹਿਬ ਸਦਕੇ ਜਾਵਿਆ ਸਾਹਿਬ, ਸਰੋਇਆ ਦੀ ਰਾਤੀ ਕੋਈ ਨਹੀਂ ਜੰਮਿਆ। ਧਰਤੀ ਤੇ ਪੋਲੇ ਪੱਬ ਰੱਖਦਾ ਹੋਇਆ ਭਾਗਾਂ ਵਾਲੀ ਮਾਂ ਨੇ ਜੰਮਿਆ ਸਰੋਇਆ। ਹਾਏ ਪੰਪਾਂ ਵਾਲੀ ਅਖੀਰ ਕਰ ਦਿੰਦਾ ਸਰੋਇਆ। ਚੜ੍ਹਦਾ ਸੂਰਜ ਲੈਂਦੇ ਪੰਜਾਬ ਦਾ ਤੋਂ ਨਰੋਇਆ, ਮੇਰਾ ਭਰਾ ਹਾਏ ਨਰੋਇਆ, ਹਾਂ ਸਾਡਾ ਭਰਾ ਅੰਜਮ ਸਰੋਇਆ। ਹਾਏ ਹਾਏ ਲੱਤਾਂ ਦੇ ਤਾਂ ਘੱਟ ਹੀ ਖਲੋਇਆ ਅੰਜਮ ਸਰੋਇਆ। ਉਹ ਨਾ ਉਹ ਮੈਂ ਇਸ ਤੋਂ ਆਖਿਆ ਵੀ ਇਹਦੇ ਕੋਰ ਪੱਕੀ ਰਹਿੰਦੀ ਹੈ ਪੈਰ ਦੀ ਨਾ। ਇੱਕ ਦੋਸਤ ਨੇ ਨਾ ਪੋਸਟ ਬਣਾ ਕੇ ਲਾਈ ਆ, ਅੰਜਮ ਸਰੋਇਆ ਕੀ ਕੋਰ ਕੀ ਪੈਰ ਪਕੜੇ ਪਰ ਮੁਬਾਰਕਬਾਦ ਸੀ। ਇਹਨੇ ਲਵਾਈ ਹੈ, ਇਹਨੇ ਆਪ ਲਵਾਈ ਕਹਿ ਕੇ। ਇਹ ਤਾਂ ਗੱਲ ਬਣਦੀ ਨਹੀਂ ਹੈ, ਲੱਗੀ ਹੈ ਫੇਸਬੁੱਕ ਤੇ ਲੱਗੀ ਹੈ। ਮੈਂ ਫਿਰ ਉਹ ਕਿਵੇਂ ਦੱਸਿਆ? ਉਹਦਾ ਸਿਆਣਿਆਂ ਦੀ ਵੀ ਦਿੱਤੀ ਕੋ ਮਹਾ ਵਿੱਚ ਇਹਨੇ ਲਵਾਈ ਹੈ ਕਹਿ ਕੇ। ਇੱਧਰ ਮੁਸਾਫਿਰ ਭਾਈ ਮੇਰੇ ਦੋਸਤ ਨੇ ਵੀ ਹੋਟਲ ਦੇ ਮੁਲਾਕਾਤ ਸਰੋਇਆ ਸਾਹਿਬ ਨੂੰ ਨਹੀਂ ਤਸਵੀਰ ਦੇ ਨਜ਼ਰ ਨਾਲੇ। ਹਾਂ ਸਾਹਮਣੇ ਤੁਹਾਨੂੰ ਕੁਝ ਮਿਲਿਆ ਨਹੀਂ ਦੱਸਾਂ ਨਾ ਤੇਰੇ ਘਰ ਤੋਂ ਬੋਲ ਵੀ ਜਾਂਦੇ ਨੇ ਇਹ ਥੋੜੇ ਹੀ ਹੈ ਬੱਚੇ। ਮੇਰਾ ਦੋਸਤ ਦਾ ਨਾਮ ਸ਼ਿਰਕਾ ਚੱਕ ਹੈ। ਹਾਂਜੀ ਹੋਟਲ ਦੀ ਸਾਰੀ ਸਿਕਿਉਰਿਟੀ ਮੈਨੇਜਮੈਂਟ। ਵਾਹ ਵਾਹ। ਹੋਰ ਭਾਈ ਇਹ ਇਲਾਕਾ ਹੈ ਬਹੁਤ ਵਧੀਆ। ਮੁੰਡਾ ਬੜੀ ਦੂਰੋਂ ਮੇਰੇ ਨਾਲ ਆਇਆ, ਲਾਗੇ ਆ ਜਾ ਯਾਰ। ਇੱਧਰ ਇਧਰੋਂ ਲਾਗੇ ਬਾਈ ਰਿਵਿਊ ਦੇ ਰਹੇ ਸੀਗੇ ਤੇ ਇੱਧਰ ਆ ਬੰਦਾ ਆ ਵੇਖੋ ਤੁਸੀਂ ਆ ਇਹ ਜ਼ਰਾ ਥੱਲੋਂ ਰੱਖ ਕੇ ਉੱਤੇ ਤੱਕ ਦਿਖਾਓ ਨਾ, ਮਾਸ਼ਾਅੱਲਾ। ਐਦਾਂ ਇੱਥੋਂ ਸ਼ੁਰੂ ਕਰਕੇ ਇੱਧਰ ਵੇਖੋ ਐ ਕਰਕੇ। ਲੋਕੀ ਸਾਨੂੰ ਲੈਂਦੇ ਪੰਜਾਬ ਚ ਆਖਦੇ ਵੀ ਨਾਸਰ ਬਾਈ ਦਾ ਕੱਦ ਮਾਸ਼ਾਅੱਲਾ ਬਹੁਤ ਆ, ਲੇਕਿਨ ਦੇਖੋ ਬਾਈ ਤੋਂ ਵੀ 4 ਇੰਚ ਉੱਚਾ ਬਾਈ ਆ ਗਿਆ। ਲਾਗੇ ਕਰਕੇ ਦਿਖਾ ਦਿਓ ਜ਼ਰਾ, ਕੀ ਬਾਤ ਹੈ। ਗੱਲ ਹੋਰ ਗੱਲ ਸੁਣ, ਹੋਰ ਦੱਸ ਦਵਾਂ, ਹੋਰ ਵੀ ਸੁਣ ਲਓ। ਹੋਰ ਵੀ ਦੱਸ ਦਵਾਂ ਵੀ ਇਹਦੀ ਉਮਰ ਕਿੰਨੀ ਤੇਰੀ?
ਹਾਂ ਅਕਲ ਹਿਸਾਬ ਦੀ ਹਲੇ 21 ਸਾਲ ਵਾਲੇ ਹੈ ਕਿਹੜੇ ਕਿੰਨੇ ਵਾਲੀ 21 ਸਾਲ ਵਾਲੀ 21 ਸਾਲਾਂ 'ਚ ਵੀ ਬੰਦਾ ਪੂਰਾ ਉਹਨੇ ਜਵਾਨ ਨਾ ਅੱਗੇ ਕਿਤੇ ਅੰਗੂਠਾ ਲਾਉਣਾ ਸੀ ਅੱਛਾ ਉਹਨੇ ਅੰਗੂਠਾ ਲਵਾ ਕੇ ਨਾ ਤੇ ਉਹ ਪੇਪਰ ਦਿੱਤਾ ਸਾਫ਼ ਕਰਨ ਲਈ ਉੱਤੇ ਅੰਗੂਠਾ ਲਾ ਕੇ ਫਿਰ ਉਹਨੂੰ ਮੋੜਨ ਡਿਆ ਹੈਪੀ ਸਹੀ ਹੈ ਕਿ ਲੋ ਜੀ ਲਓ ਵੀ ਲਾਹੌਰ ਸ਼ਹਿਰ ਸੈਂਟਰ 'ਚ ਖਲੋਤੇ ਆ ਕੱਲਾ ਕੱਲਾ ਬੰਦਾ ਹੁਣ ਮੈਂ ਥੱਲੇ ਭੇਜਾਂਗਾ ਹਾਂਜੀ ਭਾਜੀ ਯਾਰ ਇੱਕ ਮਿੰਟ ਭਰਾਵਾਂ ਨੂੰ ਨਾ ਆਜੋ ਯਾਰ ਆਓ ਸਾਰੇ ਮਿਲਣ ਲਈ ਇੱਧਰ ਆਓ ਸਾਰੇ ਆਓ ਅਜੇ ਭਾਈ ਨੂੰ ਸੁਣਿਆ ਸਾਰੇ ਆ ਜਾਓ ਅਜੇ ਭਾਈ ਦਾ ਪਤਾ ਅਜੇ ਭਾਈ ਦਾ ਅਜੇ ਦੇਵਗਨ ਸੁਣਿਆ ਨਾ ਹਾਂ ਪੂਰਾ ਸੁਣਿਆ ਕਿ ਉਹ ਨਹੀਂਗਾ ਨਹੀਂ ਹੈ ਕਿ ਸ਼ਾਇਦ ਕੋਈ ਰਿਸ਼ਤੇਦਾਰੀ ਆ ਕੁਝ ਤੀਰੀ ਸਟੋਰੀ ਲੱਗਦੀ ਹੋਈ ਉਹਦੀ ਫੋਟੋ ਕਾਪੀ ਹੈ ਉਹ ਨਹੀਂਗਾ ਫੋਟੋ ਕਾਪੀ ਆ ਲੱਗਿਓ ਤਾਕਿਓ ਵੀ ਨਹੀਂ ਪੋਇਟਰੀ ਕਰਦੇ ਆ ਕਮਾਲ ਦੀ ਅੱਛਾ ਇੱਕ ਕੋਈ ਸੁਣਾ ਦਿਓ ਫਿਰ ਚੌਂਦੀ ਪੋਇਟਰੀ ਕੋਈ ਇਹ ਜਦੋਂ ਕੱਚਾ ਘਰ ਚ ਹੁੰਦਾ ਨਾ ਮੀਂਹ ਤੋਂ ਬਾਅਦ ਉਦਾਂ ਦੀ ਨਾਏ ਇਹ ਜਦੋਂ ਫੇਸਬੁੱਕ ਤੇ ਪੋਸਟ ਪਾਉਂਦੇ ਆ ਨਾ ਧੱਕ ਪਾਵੇ ਜਿਹੜਾ ਵੀ ਤੇ ਜਿਹੜੇ ਕੰਨਾਂ 'ਚ ਪਵੇ ਇਹਨਾਂ ਦੀ ਆਪਣੀ ਲਾਈਕ ਇੱਕੋ ਹੀ ਧੱਕ ਪਾਵੇ ਇੱਥੇ ਤੱਕ ਕਹਿੰਦਾ ਕਿ ਇੰਜ ਨਾ ਆਖੋ ਕਿ ਖੈਰ ਨਹੀਂ ਕਰਦਾ ਇੰਜ ਨਾ ਆਖੋ ਕਿ ਖੈਰ ਨਹੀਂ ਕਰਦਾ ਖੈਰ ਨਹੀਂ ਕਰਦਾ ਰੱਬ ਕਦੇ ਵੀ ਵੈਰ ਨਹੀਂ ਕਰਦਾ ਹਾਏ 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 ਧਰਨੇ ਲਾਉਣ ਲੱਗੇ ਪੰਪ ਕਿੱਥੇ ਗਿਆ ਪੰਪ ਆਪਣਾ ਇੱਧਰ ਤਵੱਜੋ ਭਾਜੀ ਤਵੱਜੋ ਪੰਪ ਧਰਨੇ ਲਾਉਣ ਲੱਗੇ ਇਹਨਾਂ ਸੋਚ ਲਿਓ ਸਪੋਰਟ ਕਦੇ ਵੀ ਸ਼ਹਿਰ ਨਹੀਂ ਕਰਦਾ ਹਾਏ ਤੇ ਸ਼ੂਗਰ ਵੀ ਮਰਵਾ ਦਿੰਦੀ ਹੈ ਸ਼ੂਗਰ ਵੀ ਮਰਵਾ ਦਿੰਦੀ ਹੈ ਨੁਕਸਾਨ ਕੱਲਾ ਜ਼ਹਿਰ ਨਹੀਂ ਕਰਦਾ ਤੇ ਆਪਣਿਆਂ ਤੇ ਮਾਨ ਨਾ ਕਰਿਓ ਧੋਖਾ ਕਦੇ ਵੀ ਗੈਰ ਨਹੀਂ ਕਰਦਾ ਹਾਏ ਵੇਖੋ ਜੀ ਲਾਹੌਰ ਸ਼ਹਿਰ ਦੇ ਵਿੱਚ ਕਿੱਡਾ ਸੋਹਣਾ ਮਾਹੌਲ ਬਣਿਆ ਕਿੰਨਾ ਪਿਆਰ ਦੇ ਰਿਹਾ ਸਟਾਫ ਇਹ ਹੋਟਲ ਦਾ ਵੇਖੋ ਵੀਰ ਆਪਣੀ ਜੌਬ ਛੱਡ ਕੇ ਆਏ ਆ ਭਾਵੇਂ ਇਹਨਾਂ ਨੂੰ ਕੰਮ ਤੋਂ ਬਾਅਦ ਕੱਢ ਹੀ ਦੇਣ ਇਹ ਪਿੱਛੇ ਖੜੇ ਹੋ ਕੇ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਕੋਈ ਮੌਕਾ ਦੇਵੇ ਮਿਲਣ ਦਾ ਸਾਰੇ ਇੰਤਜ਼ਾਰ ਹੀ ਸੀ ਮਿਲਦੇ ਇਹਨਾਂ ਦੀ ਮੁਹੱਬਤ ਆ ਆਪਾਂ ਨੇ ਮਿਲਦੇ ਰਹਿਣਾ ਭਰਾ ਮੇਰਾ ਜੌਬ ਦਾ ਵੀ ਧਿਆਨ ਰੱਖੋ ਆਹ ਵੇਖੋ ਭਾਜੀ ਕੋਈ ਹੋਰ ਹੁੰਦਾ ਹੋਵੇ ਕੋਈ ਆਪਦਾ ਫੇਵਰਟ ਬੜਾ ਹੀ ਪਿਆਰਾ ਸ਼ੇਰ ਇਹ ਕੰਮ ਹੀ ਠੰਡਾ ਥੱਕ ਗਿਆ ਇਹ ਬੰਦਾ ਸਵੇਰ ਦਾ ਡੋਲ ਬੜੀ ਪੈ ਗਈ ਬੈਠ ਮੈਂ ਖਲੋ ਕੇ ਨਾ ਉੱਥੇ ਬੈਠਣ ਨੂੰ ਵੀ ਥਾਂ ਨਹੀਂ ਖਲੋ ਕੇ ਮੇਰੀ ਬਾਤ ਸੁਣ ਇੱਕ ਸ਼ੇਰ ਸੁਣਾ ਤੇਰੇ ਲਈ ਦਰੀਆਂ ਵਿਛਾ ਦੀਆਂ ਨਹੀਂ ਹੁਣ ਮੈਂ ਬੈਠਾ ਹੁਣ ਬੈਠਣ ਦੇ ਮੈਂ ਕਿ ਤਾਂ ਕਹਿਣਾ ਮੈਂ ਕਿਹਾ ਹੁਣ ਤਾਂ ਬੈਠਣ ਦੇ ਮੈਨੂੰ ਸਵੇਰ ਦਾ ਮੈਂ ਪਾਏ ਲੱਗਿਆ ਉਦੋਂ ਮੈਂ ਖਲੋਤਾ ਨਾ ਪਾਣੀ ਦਿੰਦੇ ਆ ਆਹੋ ਨਾ ਚਾਹ ਇਹ ਕੂਲਰ ਵੀ ਰੱਖ ਦੋ ਭਰ ਕੇ ਤੂੰ ਮੈਨੂੰ ਫੋਨ ਕਰ ਮੈਂ ਬੋਤਲਾਂ ਵੇਚ ਦੇਣੀ ਤੈਨੂੰ ਇੱਥੋਂ ਇੱਥੇ ਵੀ ਨਹੀਂ ਦਿੰਦੇ ਹੁਣ ਤਾਂ ਤੂੰ ਕਹਿ ਰਿਹਾ ਰਾਤ ਅਸੀਂ ਇੱਥੇ ਮੰਗਦੇ ਇੱਥੇ ਨਹੀਂ ਇੱਥੇ ਉਹ ਦੂਜਾ ਸੀ ਉਹ ਹੋਟਲ ਉਹ ਹੋਟਲ ਕਿਸੇ ਸੀ ਨਾ ਦੇ ਬੰਦੇ ਸਾਨੂੰ ਇੱਥੇ ਵੀ ਨਹੀਂ ਮਿਲਿਆ ਇੱਥੇ ਵੀ ਨਹੀਂ ਮਿਲਿਆ ਇਹ ਤਾਂ ਕਿਤੇ ਨਹੀਂ ਦਿੱਤਾ ਪੇਟ ਨਹੀਂ ਮਤਲਬ ਪਿੱਟ ਕੇ ਮਾਰ ਗਏ ਮੈਂ ਲੈ ਕੇ ਆਵਾਂ ਪਾਣੀ ਰਾਤੀ ਦਾ ਕੱਲ ਦੀ ਗੱਲ ਰਾਤੀ ਇੱਕ ਬੋਤਲ ਪਾਣੀ ਦੀ ਮੁੱਲ ਲਈ ਇਹਨਾਂ ਨੇ ਤੇ ਦੂਜੇ ਜੋਈਆ ਸਾਹਿਬ ਨੇ 1000 ਦਾ ਨੋਟ ਦੇ ਦਿੱਤਾ ਉਹਨੇ ਵਿੱਚ ਰੱਖ ਕੇ ਬਿੱਲ 'ਚ ਦਿੱਤਾ ਤੇ ਇਹ ਲੱਗਵਾਉਂਦੇ ਬਸ ਠੀਕ ਓਕੇ ਹੋ ਜਾਂਦਾ ਓਏ ਮੇਰੇ ਪੈਸੇ ਵਾਪਸ ਕਰਕੇ ਜਾ ਇਹਨਾਂ ਨੇ ਤੂੰ ਬੋਤਲ ਦੇ ਪੈਸੇ ਦਿੱਤੇ ਆ ਤੇ ਤੂੰ 750 ਟਿਪ ਦੇ ਛੜੀ ਮੇਰੀ ਕੌਣ ਤੇਰਾ ਭਰਾ ਆ ਗਿਆ ਇਹ ਮੇਰਾ ਭਰਾ ਵਾ ਰੋਟੀ ਖਾਧੀ ਇਹ ਮੇਰਾ ਭਰਾ ਆ ਨਹੀਂ ਜੀ ਮੇਰਾ ਭਰਾ ਕੀ ਨਾਂ ਇਹਦਾ ਇਹਦਾ ਨਾਮ ਆ ਸ਼ਾਹਨਵਾਜ਼ ਹਾਂਜੀ ਸ਼ਾਹਨਵਾਜ਼ ਆ ਤੇ ਇਹਦੇ ਕੋ ਇੱਕ 47 ਵੀ ਇਹਨੂੰ ਕੁਝ ਕਹਿ ਦੋ ਇਹ ਕੱਢ ਲਿਆਂਦਾ ਇਹ ਤਾਂ ਮੇਰਾ ਭਰਾ ਤੇ ਮੈਂ ਦਿਲੋਂ ਕਦਰ ਕਰਦਾ ਜੀ ਨਾ ਇਹ ਲੈਲਪੁਰ ਤੋਂ ਇਹ ਲਾਹੌਰ ਮੇਰੇ ਮਗਰ ਜੀ ਇੱਥੇ ਮਿਲਣ ਵਾਸਤੇ ਮੈਨੂੰ ਪਿੱਛੋਂ ਸ਼ਾਬਾਸ਼ ਦੇਣ ਵਾਸਤੇ ਆ ਰੋਟੀ ਕਿੱਥੇ ਖਵਾਉਂਦਾ ਹੁੰਦਾ ਹੈ ਰੋਟੀ ਚੰਗੇ ਥਾਂ ਤੇ ਖਵਾਉਂਦਾ ਕਿੱਥੋਂ ਉਹ ਆਪਣਾ ਚਨਾਰ ਮਿਲ ਲਿਫਟ ਦਾ ਇਹ ਕਿਉਂ ਬਾਏ ਝਟਕੇ ਕਿਉਂ ਮਾਰ ਰਹੀ ਹੈ ਜੀ ਇਹ ਭਾਜੀ ਵਜਨ ਬਹੁਤ ਆ ਜਾਣਾ ਵੀਰ ਭਾਈ ਦੱਸੋ ਝੜਕੇ ਕਿਉਂ ਮਾਰਦੀ ਦੋ ਬੰਦੇ ਏਡੇ ਲੰਮੇ ਲੰਮੇ ਖੜੇ ਸੀ ਉਹਦੇ ਨਿਕਲ ਮੈਨੂੰ ਕਹਿੰਦਾ ਮੈਨੂੰ ਸਰਵਾ ਸਾਹਿਬ ਨਹੀਂ ਸ਼ਾਇਨ ਬਹੁਤ ਤੈਨੂੰ ਮਿਸ ਯਾਦ ਕਰਦਾ ਮੇਰੇ ਨਾਲ ਦਿਲ ਤਾਂ ਬੜਾ ਨਹੀਂ ਆਉਂਦਾ ਯਾਰ ਉਹ ਫੇਰ ਖਲੋ ਗਈ ਅਜੇ 8 ਵਜੇ ਦੇ ਪਹੁੰਚੇ ਆ ਅੱਛਾ ਹੋਰ ਸ਼ਾਇਦ ਬੜਾ ਚੰਗਾ ਲੱਗਾ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਆਏ ਆ ਇੰਨਾ ਸਫ਼ਰ ਕਰਕੇ ਤੇ ਬੜੀ ਮਿਹਰਬਾਨੀ ਭਾਜੀ ਹੋਰੀ ਵੀ ਆਏ ਹੋਏ ਉਹ ਤੇ ਆਏ ਹੋਏ ਮੈਂ ਨਾ ਰੋਟੀ ਖਾਦੀ ਹੋਏ ਤੇ ਫਿਰ ਉਹ ਤਾਂ ਦੇ ਕੰਮ ਹੇਠ ਨੂੰ ਬੈਠਦਾ ਤਾਂ ਠਾ ਜਾਂਦੀ ਹੈ ਤੇ ਤਾਂ ਆਉਣ ਵੇਲੇ ਆ ਦੇਖੋ ਆ ਦੇਖੋ ਇੱਥੇ ਤਾਂ ਨਹੀਂ ਕੁਝ ਹੁੰਦਾ ਪੰਗੂੜੇ 'ਚ ਬੈਠੇ ਹੋ ਦਿਲ ਬਹਿੰਦਾ ਆ ਗਏ ਪੰਗੂੜੇ 'ਚ ਬੈਠੇ ਹੋ ਕਦੀ ਅਜੇ ਚੌਥੇ ਤੇ ਆ ਅਜੇ ਚੌਥੇ ਤੇ ਬਹਿੰਦਾ ਨਹੀਂ ਮੈਂ ਇਸੇ ਕਰਕੇ ਨਹੀਂ ਬਹਿੰਦਾ ਅੱਛਾ ਫਿਰ ਝਟਕਾ ਮਾਰ ਗਈ ਅਜੇ ਵੱਜਣਾ ਝਟਕਾ ਹਾਂਜੀ ਹਾਂਜੀ ਸਾਰੇ ਵੀੜੇ ਲੱਭ ਗਏ ਉਹ ਦੱਸੋ ਲਿਫਟ ਨੂੰ ਬੰਦੇ ਦਾ ਦਿਲ ਘਟਦਾ ਸਾਡੇ ਦਾ ਆਓ ਜੀ
ਅੱਛਾ ਵਾਕਈ ਕੁਛ ਹੁੰਦਾ ਮੇਰਾ ਨਾ ਇਹ ਰੋਗ ਪੈ ਜਾਂਦਾ ਨਹੀਂ ਇਹ ਤੇ ਕਾਲੇ ਨੂੰ ਰੋਗ ਪੈਂਦਾ ਉਹ ਤੂੰ ਘੱਟ ਖਾਣਾ ਸੀ ਨਹੀਂ ਖਾਇਆ ਤਾਂ ਪੂਰਾ ਜੀ ਅਜੇ ਤੀਜਾ ਹੀ ਹੈ ਭਾਈ ਅਜੇ ਉਹ ਬਾਈ ਕਿੱਧਰ ਗਿਆ ਅਸੀਂ ਤੀਜਾ ਆ ਮੈਂ ਦੱਸਿਆ ਬਾਈ ਕਿਸ ਤਰਫ ਕਰਾਂ ਨਹੀਂ ਇੱਕ ਵਾਰੀ ਆਪਣਾ ਤਾਰਫ ਕਰਾ ਦਿਓ ਕੈਮਰਾ ਚੱਲ ਰਿਹਾ I am from New Zealand, basically from Pakistan, but doing my PhD in religious tourism, Sikh tourism, क्योंकि मैं काम कर रहे होते और पाकिस्तान में आया ये गुरु नानक दे 555 में जो मैं पैदाइश से ਲਈ ਜਿਹੜੇ ਸਿੱਖ ਯਾਤਰੀ ਆਏ ਨੇ ਉਹਨਾਂ ਨਾਲ ਕੁਝ ਇੰਟਰੈਕਸ਼ਨ ਕਰਨੀ ਸੀ ਤੇ ਭਾਜੀ ਨਾਲ ਸਾਡੀ ਮੁਲਾਕਾਤ ਹੋਈ ਹੈ ਇਹਨਾਂ ਨੇ ਬੜਾ ਸਵਾਗਤ ਕੀਤਾ ਸਾਡਾ ਔਰ ਲੋਕਾਂ ਨਾਲ ਜਿਹੜਾ ਤਾਰਫ ਵੀ ਕਰਵਾਇਆ ਤੇ ਇੱਕ ਦੋ ਇੰਟਰਵਿਊ ਲੈਣੇ ਨੇ ਇਹਨਾਂ ਦੀ ਪ੍ਰਮੋਸ਼ਨ ਲਈ ਥੀਸਿਸ ਦੇ ਵਿੱਚ ਮੈਂ ਕੰਮ ਕਰਾਂਗਾ ਉਹਦੇ ਆਰਟੀਕਲਸ ਛਪਣਗੇ ਤੇ ਫਿਰ ਪੂਰੀ ਦੁਨੀਆ 'ਚ ਪਾਕਿਸਤਾਨ ਦੀ ਇੱਕ ਪ੍ਰਮੋਸ਼ਨ ਹੋਏਗੀ ਕਿ ਕਿੱਥੇ ਜਿਹੜਾ ਇਹਨਾਂ ਮੁxtਲਿਫ ਮਜ਼ਾਹਿਬ ਦੇ ਲੋਕ ਇੱਧਰ ਆਉਂਦੇ ਮੈਂ ਨਾ ਤੁਹਾਨੂੰ ਇਹ ਕਿਹਾ ਸੀ ਕਿ ਜਿਹੜਾ ਤੁਹਾਨੂੰ ਬੰਦਾ ਚਾਹੀਦਾ ਨਾ ਜਿਹਦੇ ਨਾਲ ਤੁਸੀਂ ਗੱਲ ਰਿਕਾਰਡ ਕਰ ਲਓ ਉਹ ਆ ਬੰਦਾ ਜਿਹੜਾ ਕੈਮਰੇ ਦੇ ਮਗਰਲੇ ਪਾਸੇ ਇਹ ਨਾ ਸਰ ਢਿੱਲੂ ਹੈ अच्छा मैंने कल देखा है फेसबुक को आईडी इनकी देखी है ਇਹ ਤੁਹਾਨੂੰ ਸਾਰਾ ਦੱਸਾਂਗੇ गुड सो थैंक्स अ लॉट ਥੈਂਕ ਯੂ ਸਰ ਸ਼ੁਕਰੀਆ ਮਿਲਦੇ ਹਾਂ ਅਸੀਂ ਜਾ ਰਹੇ ਕਿਧਰੇ ਆਓ ਆਓ ਸਟ੍ਰੈਸ ਆ ਆਹ ਬੰਦਾ ਜਿਹੜਾ ਉਹਨੇ ਇਹਨੇ ਮਿਲਣਾ ਤੇ ਕਿੱਥੇ ਜਾਣਾ ਆਪਾਂ ਅਸੀਂ ਚੱਲੇ ਹਾਂ ਜੀ ਵੱਡੇ ਪੀਸੀ ਹੋਟਲ ਵੱਡੇ ਪੀਸੀ ਹੋਟਲ ਕਿੱਦਾਂ ਵੱਡਾ ਬਹੁਤ ਵੱਡਾ ਚਲੋ ਵੀ ਪੀਸੀ ਚੱਲੇ ਆਪਾਂ ਇੱਕ ਦੋਸਤਾਂ ਨੂੰ ਮਿਲਣਾ ਕਿਉਂਕਿ ਨਾ ਕੱਲ ਚਲੇ ਜਾਣਾ ਤੇ ਆਂਦੇ ਸੀ ਗੈਟ ਟੂਗੇਦਰ ਰੱਖੀਏ ਮਾੜੀ ਆਪਾਂ ਗੱਪ ਮਾਰ ਦੁਆ ਸਲਾਮ ਕਰ ਕੌੜੀ ਉਹ ਤੇ ਟੈਲੀਫੋਨ ਕਰੋ ਨਾ ਜਿਹੜੀ ਕਿ ਬਹੁਤ ਭੇਜ ਨਿਕਲਿਆ ਨਾ ਬਾਕੀ ਉਹ ਭੋਗਣਗੇ ਵੈਸੇ ਮਹਿੰਗਾ ਬੜਾ ਹੈ ਉੱਥੇ ਕੰਮ ਮਹਿੰਗਾ ਹੈ ਕੰਮ ਚਾਹ ਹੀ ਪੀਵਾਂਗੇ ਹੈਂ ਚਾਹ ਹੀ ਪੀਵਾਂਗੇ ਕਹਿੰਦੇ ਅੱਛਾ ਰਾਤੀ ਉਹਨੇ ਮੇਵਾ ਭੇਜਿਆ ਮੈਂ ਇਕੱਠਾ ਮੇਵਾ ਖਾ ਲਿਆ ਮੇਰੇ ਸਿਰ ਨੂੰ ਪੀੜ ਚੜ ਗਈ ਉਹ ਇਹਦੇ ਫੈਨ ਸੀ ਭਾਈ ਉਹਨੇ ਫ੍ਰੀ ਭੇਜਿਆ ਮੇਵਾ ਨਾ ਉਹਦੀ ਪਰਚੀ ਬਣ ਕੇ ਆਈ ਸਵੇਰੇ ਫੈਨ ਸੀ ਅੱਛਾ ਇਹਦੇ ਫੈਨ ਨਹੀਂ ਹੁੰਦੇ ਇਹ ਭੁੱਲ ਜਾ ਮੇਰੇ ਪਰਚੀ ਆ ਗਈ ਕਿੰਨੇ ਦੀ ਪਤਾ ਨਹੀਂ ਕਿੰਨੇ ਲਿਖੇ ਸੀ ਉਹਦੇ ਤੇ ਮੈਂ ਕਿਹਾ ਵੀ ਉਹ ਸਰਾਣੇ ਤੇ ਰਾਤੀ ਮੈਂ ਕਿਹਾ ਵੀ ਜਿਹਦੀ ਵੀ ਆਪੇ ਭਰੂਗਾ ਅਖੀਰ ਮੈਂ ਕਿਹਾ ਵੀ ਚਾਬੀਆਂ ਤਾਂ ਨਾਸਰ ਕੋਲ ਲੈਣੀਆਂ ਹੋਟਲ ਦੀ ਚਾਬੀਆਂ ਜਿਹੜਾ ਬੰਦਾ ਦਵੇ ਨਾ ਉਹ ਕਲੀਅਰ ਕਰਕੇ ਆਂਦਾ ਹਿਸਾਬ ਕਿਤਾਬ ਲੋ ਵੀ ਅਸੀਂ ਆ ਗਏ ਪੀਸੀ 'ਚ ਤੇ ਅਸਰੋਇਆ ਸਾਹਿਬ ਨੇ ਕਮਰਾ ਮੰਨ ਲਿਆ ਪੀਸੀ ਵਾਲਾ ਇੱਥੇ ਹੈ ਕੋਈ ਨਹੀਂ ਜਿੰਨਾ ਦਾ ਕਮਰਾ ਅਸੀਂ ਆ ਗਏ ਚੌਰੀਆਂ ਤਰ੍ਹਾਂ ਬਹਿ ਗਏ ਚਾਹ ਚੂ ਦਾ ਆਰਡਰ ਕਰ ਲਿਆ ਪੀ ਲਈ ਤੇ ਹੁਣ ਕੁਝ ਗੱਲਾਂ ਸੁਣੀਆਂ ਵੀਰ ਭਾਈ ਸਾਹਿਬ ਕੋ ਹਾਂ ਗੱਲਾਂ ਬਾਈ ਵੀਰ ਤਸਵੁਫ ਦੀਆਂ ਇਸ਼ਕ ਦੀਆਂ ਫਕੀਰੀ ਦੀਆਂ ਰੰਗੀਨੀ ਦੀਆਂ ਹਾਏ 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 ਯਾਰ ਮੈਂ ਨਾ ਕੱਲ ਵੀ ਗੱਲਾਂ ਕਰਦਾ ਸੀ ਯਕੀਨ ਕਰ ਮੇਰਾ ਰਿਕਾਰਡ ਕਰਨ ਨੂੰ ਦਿਲ ਨਹੀਂ ਕਰਦਾ ਇੰਨੀਆਂ ਸੋਹਣੀਆਂ ਗੱਲਾਂ ਭਾਈ ਕਰਦਾ ਤੂੰ ਸੋਹਣੀਆਂ ਗੱਲਾਂ ਤੇ ਤੇ ਤੇਰਾ ਕਾਰਡ ਹੁੰਦੀ ਨਾ ਧਿਆਨ ਉਧਰ ਜਾਂਦਾ ਨਾ ਫਿਰ ਹਾਂ ਇਹ ਗੱਲ ਤਾਂ ਹੈ ਧਿਆਨ ਫਿਰ ਮੋਬਾਈਲ ਵੱਲ ਜਾਂਦਾ ਕਿਤੇ ਫਰੇਮ ਨਾ ਹੋ ਜਾਏ ਪਰ ਉਹ ਫਰੇਮ ਬਹੁਤਾ ਚੰਗਾ ਗੱਲ ਨਾਸਰਾ ਹੈ ਹੀ ਪਿਆਰ ਦੀ ਬੰਦੇ ਤਾਂ ਕਹਿੰਦੇ ਆ ਨਾ ਵੀ ਬੰਦਾ ਖਾਲੀ ਹੱਥ ਆਇਆ ਤੇ ਖਾਲੀ ਹੱਥ ਜਾਣਾ ਨਾ ਇਹ ਬੜਾ ਪਿਆਰ ਲੈ ਕੇ ਆਇਆ ਪਿਆਰ ਵੰਡ ਕੇ ਜਾਣਾ ਇਹ ਹਾਏ 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 ਖਾਲੀ ਹੱਥ ਕਿਤੇ ਆ ਹਾਂ ਹਾਂਜੀ ਤੂੰ ਹੁਣ ਬੰਦ ਕਰ ਲੈ ਮੈਂ ਚਲਾਣਾ ਅੱਛਾ ਕੀ ਚਲਾਉਣਾ ਹੈ ਮੋਬਾਈਲ ਅੱਛਾ ਹਾਂ ਸਪੀਕਰ ਲਾ ਦੇ ਸਪੀਕਰ ਕਿਤੇ ਤੇ ਉਹ ਆਪਣੇ ਲਾ ਯਾਰ ਮੇਰੇ ਲਈ ਹੈ ਓਕੇ ਅੱਗੇ ਜੀ ਕੀ ਆ ਭਾਈ ਵੀਰ ਆਂਦਾ ਵੀ ਮੈਂ ਕੱਟੂਗਾ ਮੇਰੀ ਕਵਿਤਾ ਅੱਖਰ ਹੋ ਗਈ ਸਾਰਾ ਐ ਚੱਲ ਰਿਹਾ ਹਾਂ ਉਹ ਸੁਣਾਓ ਹਿਚਕੀ ਹਟੇ ਤੇ ਸੁਣਾਵਾਂ ਅੱਛਾ ਪਾਣੀ ਪਿਆਣੇ ਤੁਹਾਨੂੰ ਪਾਣੀ ਪਿਆਣੇ ਚਾਹ ਦੋ ਤਾਂ ਪਾਣੀ ਚੱਲ ਚਾਹ ਤਾਂ ਪਈ ਓਏ ਭਾਈ ਨੂੰ ਹਿਚਕੀ ਲੱਗ ਗਈ ਪਾਣੀ ਦੇ ਬਾਈ ਤੁਸੀਂ ਬੈਠੋ ਜੀ ਉਹ ਦੰਦਾ ਮੈਂ ਦੇ ਬੜਾ ਜੀ ਚੰਗਾ ਲੱਗ ਰਿਹਾ ਜੀ ਕਾਨਫਰੰਸ ਦਾ ਬਹਾਨਾ ਹੀ ਆ ਤੇ ਅਸਲ ਤਾਂ ਗੱਲ ਸੀ ਮੇਲ ਦੀ ਵੀ ਰੱਬ ਨੇ ਮੇਲ ਕਰਾਣੀ ਸੀ ਮੈਂ ਗੱਲ ਕਰਦਾ ਵੀ ਇਦਾਂ ਇੱਕ ਸੋਫੇ ਤੇ ਏਡੇ ਪਿਆਰ ਨਾਲ ਇਦਾਂ ਗੱਲਾਂ ਹਾਸਾ ਮਖੌਲ ਇਹ ਵੀ ਵਕਤਾਂ ਦੀ ਨਹੀਂ ਪੀਣਾ ਅੱਛਾ ਚਲੋ ਜਿੱਦਾਂ ਤੁਹਾਨੂੰ ਲੱਗਦਾ ਸੂਟ ਲੱਗਦਾ ਕਰ ਲਓ ਤੇ ਹਿਜਕੀ ਲੱਗ ਜਾਂਦੀ ਹੈ ਕੋਈ ਨਹੀਂ ਇਹ ਸਿਆਣਿਆਂ ਤੋਂ ਸੁਣਿਆ ਸੀਗਾ ਵੀ ਹਿਜਕੀ ਲੱਗੇ ਨਾ ਵੀ ਕੋਈ ਯਾਦ ਕਰਦਾ ਉਹ ਕੋਈ ਨਾ
ਤੇ ਬੰਦਾ ਸੀਗਾ ਤੇ ਉਹਨੂੰ ਨਾ ਹਿਜਕੀ ਜੀ ਲੱਗੀ ਨਾ ਤੇ ਉਹ ਮੂੰਹ ਹੀ ਵੱਟ ਕੇ ਉਹਨੂੰ ਰੋਕ ਲਈ। ਨਾਲ ਦੇ ਨੇ ਕਿਹਾ ਵੀ ਆਂਦੇ ਕੀ ਤੈਨੂੰ? ਉਹ ਕਹਿੰਦਾ ਨਹੀਂ ਮੈਨੂੰ ਕਿਸੇ ਨੇ ਦੱਸਿਆ ਵੀ ਹਿਜਕੀ ਆਵੇ ਨਾ ਜਨਾਨੀ ਯਾਦ ਕਰਦੀ ਵੀ ਘਰ ਵਾਲੀ। ਉਹ ਕਹਿੰਦਾ ਵੀ ਫਿਰ ਕੀ ਹੈ? ਕਹਿੰਦਾ ਜਨਾਨੀ ਮੇਰੀ ਮਰੀ ਉੱਥੇ ਦਾ ਸੱਦ ਵੀ ਉੱਥੇ ਸੱਦ। ਅੱਛਾ ਖੈਰ ਅੱਜ ਗੱਲਾਂ ਤਾਂ ਹੋਣੀਆਂ ਕੰਮ ਦੀਆਂ ਪਤਾ ਨਹੀਂ। ਹਾਂ ਤੂੰ ਜੋ ਉੱਥੇ ਚਲਾ ਗਿਆ ਬਸ ਕਰੋ ਮੈਂ ਸੁਣਿਆ ਭਾਜੀ ਦੀ ਹਿਚਕੀ ਨੂੰ ਕੀ ਬਾਤ ਹੈ ਜੀ। ਹੋਰ ਕੀ ਕਿੰਨਾ ਜੀ ਅੱਗੇ ਸਵਾਦ ਹੈ, ਗੱਲਾਂ ਬਾਤਾਂ ਹੁੰਦੀਆਂ ਰਹੀਆਂ ਹੈ। ਅੱਜ ਨਹੀਂ ਹਿਚਕੀ ਰੁਕਣੀ ਇਹ ਯਾਦ। ਅੱਛਾ ਮੈਂ ਤੁਹਾਨੂੰ ਹਿਜਕੀ ਦੀ ਗੱਲ ਸੁਣਾਉਣ ਲੱਗਿਆ ਸੀ। ਮੇਰਾ ਨਾ ਬੇਲੀ ਹੈ, ਉਹਦੇ ਨਾ ਅੱਬੇ ਨੂੰ ਹਿਜਕੀ ਲੱਗੀ। ਮੈਂ ਸੱਚੀ ਗੱਲ ਦੱਸਣ ਲੱਗਿਆ, ਹਿਜਕੀ ਲੱਗੀ ਨਾ ਤੇ ਉਹ ਹਟੇ ਹੀ ਨਾ। ਸਵੇਰ ਦੀ ਨਾ ਸ਼ਾਮ ਹੋ ਗਈ। ਜਦੋਂ ਸ਼ਾਮ ਹੋਈ ਨਾ ਤੇ ਸਾਰੇ ਜੀ ਘਾਬਰ ਗਏ ਵੀ ਯਾਰ ਇਹਨੂੰ ਬਾਬੇ ਨੂੰ ਕੀ ਹੋਇਆ ਵੀ ਹੈ। ਤੇ ਉਹ ਡਾਕਟਰ ਕੋਲ ਲੈ ਗਏ। ਸਾਡਾ ਨਾ ਹੈ ਉੱਥੋਂ ਕੋਈ 20-25 ਕਿਲੋਮੀਟਰ ਗੱਡੀ ਗੁੱਡੀ ਕਰਾਣੀ ਪੈਂਦੀ, ਫਿਰ ਲਿਜਾਣਾ ਪੈਂਦਾ। ਉਹਨਾਂ ਨੇ ਗੱਡੀ ਗੁੱਡੀ ਲੱਭੀ ਹੈ ਤੇ ਪਤਾ ਕਰਿਆ ਡਾਕਟਰ ਬੈਠਾ ਤੇ ਉੱਥੋਂ ਪਿੰਡੋਂ ਗਏ ਸ਼ਹਿਰ ਡਾਕਟਰ ਦੀ ਦੁਕਾਨ। ਲੈ ਉਹ ਕੁਦਰਤ ਖੁਦਾ ਦੀ ਸਾਰੇ ਰਾਹ ਹਿਜਕੀ ਲੱਗੀ ਰਹੀ। ਜਾਂ ਡਾਕਟਰ ਦੇ ਕੋਲ ਪਹੁੰਚੇ ਉਹਦੀ ਹਿਜਕੀ ਹਟ ਗਈ। ਹੁਣ ਡਾਕਟਰ ਨੂੰ ਦੱਸਣਾ ਤਾਂ ਇਹੀ ਸੀ ਵੀ ਇਹਨੂੰ ਹਿਜਕੀ ਲੱਗੀ ਆ। ਹੁਣ ਉਹ ਮੁੰਡਿਆਂ ਨੂੰ ਗੁੱਸਾ ਜਿਹੜਾ ਵੀ ਹੁਣ ਅੱਬਾ ਹਿਜਕੀ ਨਹੀਂ ਲੈਂਦਾ, ਰੁਕ ਗਈ ਹਿਜਕੀ। ਅੱਛਾ ਹੁਣ ਡਾਕਟਰ ਕੋਲ ਬੈਠੇ ਤੇ ਡਾਕਟਰ ਨੂੰ ਕਹਿੰਦੇ ਵੀ ਇਦਾਂ ਕਰਕੇ ਨਾ ਹਿਜਕੀ ਲੱਗੀ। ਉਹ ਕਹਿੰਦਾ ਵੀ ਲੱਗੀ ਤਾਂ ਨਹੀਂ ਕੋਈ। ਉਹ ਕਹਿੰਦਾ ਜੀ ਸਵੇਰ ਦੀ ਲੱਗੀ ਆ ਵੀ ਹੁਣ ਤੱਕ ਤੁਹਾਡੇ ਕੋਲ ਆ ਕੇ। ਉਹ ਕਹਿੰਦਾ ਚਲੋ ਜੇ ਦੁਬਾਰਾ ਹੁਣ ਤਾਂ ਹਟ ਗਈ, ਜੇ ਦੁਬਾਰਾ ਹੋਈ ਨਾ ਤੇ ਫਿਰ ਦੱਸਿਓ। ਉਹ ਗੱਡੀ 'ਚ ਬੈਠੇ ਘਰੇ ਆ ਗਈ। ਜਾਂ ਘਰੇ ਪੈਰ ਰੱਖਿਆ ਫਿਰ ਹਿੜਕੀ ਲੱਗ ਗਈ। 8 ਦਿਨ ਵਿਚਾਰੇ ਇਦਾਂ ਭਜੇ ਨਾ ਸੀ। ਇਹ ਹਿੜਕੀ ਵੀ ਬਾਈ ਟਾਈਮ ਲੰਬੀ ਚਲੀ ਜਾਂਦੀ। ਬਸ ਨਹੀਂ ਮੈਂ ਕਿਹਾ ਵੀ ਹਿੜਕੀ ਮੇਰੀ ਹਟ ਗਈ ਭਾਜੀ ਇਹਨੂੰ ਸੁਣ ਕੇ। ਅੱਛਾ ਜੀ ਅਸੀਂ ਸੁਣਨ ਲੱਗੇ ਸੀਗੇ ਬਾਈ ਵੀਰ ਸਿੰਘ ਤੋਂ ਵੀ ਕੋਈ 4 ਬੋਲ ਕੋਈ ਆਪਦੀ ਮਰਜ਼ੀ ਦੇ, ਆਪਦੀ ਪਸੰਦ ਦੇ, ਕੋਈ ਜਿੱਦਾਂ ਦੇ ਵੀ। ਪਿਆਰ ਦਾ ਰਸਤਾ ਹੁੰਦਾ, ਉੱਥੇ ਅਕਲ ਦੀ ਗੱਲ ਨਹੀਂ ਹੁੰਦੀ। ਹਾਏ 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 ਉੱਥੇ ਅਕਲ ਦੀ ਗੱਲ ਨਹੀਂ ਹੁੰਦੀ। ਰੋਡ ਕੱਚ ਵਰਗੇ ਕੰਡੇ ਵਾਂਗ ਸੂਲਾਂ ਤੇ ਇਹ ਸਫ਼ਰ ਹੈ ਜੰਗਲ ਵੇਲਿਆਂ ਦਾ। ਕਿਸੇ ਅਕਲ ਸ਼ਕਲ ਦਾ ਕੰਮ ਹੈ ਨਹੀਂ। ਨਹੀਂ ਫਾਇਦਾ ਕੋਈ ਨਹੀਂ ਪੈਸੇ ਧੇਲਿਆਂ ਦਾ। ਵਾਹ 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 ਵਾਹ। ਰਾਹ ਦਿਸੂ ਉਹਨੂੰ ਜਿਹੜਾ ਹੋਊ ਨੀਵਾਂ। ਬੇਸ਼ੱਕ ਰਾਹ ਦਿਸੂ ਉਹਨੂੰ ਜਿਹੜਾ ਹੋਊ ਨੀਵਾਂ। ਚੱਲਦਾ ਵਸ ਨਹੀਂ ਅੱਖੀਆਂ ਡੇਲਿਆਂ ਦਾ। ਹਾਏ 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 ਹਾਏ। ਦਾਨਸ਼ਵਰਾਂ ਦੀ ਸਮਝ ਬੇਸਮਝ ਇੱਥੇ ਇਹ ਕੰਮ ਹੈ ਮਸਤ ਅਲਬੇਲਿਆਂ ਦਾ। ਵਾਹ 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 ਵਾਹ। ਇਹ ਵਾਟ ਹੈ ਕੱਲਿਆਂ ਕਾਰਿਆਂ ਦੀ। ਵਾਹ ਵਾਹ। ਹੁੰਦਾ ਸਾਥ ਨਹੀਂ ਮਿੱਤਰਾਂ ਸਹੇਲਿਆਂ ਦਾ। ਆਹਾ। ਜੇ ਹਉਮੈ ਨਾਲ ਤੁਰੇ ਤਾਂ ਕਰੇ ਖੁਆਰ ਬਹੁਤਾ। ਆਹਾ। ਜਿਉਂ ਬੇਰੀ ਦੇ ਨਾਲ ਬੂਟਾ ਕੇਲਿਆਂ ਦਾ। ਆਹਾ। ਬੜਾ ਲਾਜ਼ਮੀ ਵਿੱਚ ਤਨਹਾਈ ਰਹਿਣਾ ਤੇ ਖਹਿੜਾ ਛੱਡਣਾ ਲੱਗੇ ਮੇਲਿਆਂ ਦਾ। ਨਾਲ ਇੱਕ ਦੇ ਜੇ ਇੱਕ ਮਿਕ ਹੋਣਾ ਭੋਗ ਪਾਉਣਾ ਪਊ ਸਭੇ ਝਮੇਲਿਆਂ ਦਾ। ਨੀਂਦਾਂ ਭੰਨ ਕੇ ਖਿਦਮਤਗਾਰ ਹੋਣਾ ਇਹ ਕੰਮ ਨਹੀਂ ਆਲਸੀ ਜੇਲਿਆਂ ਦਾ। ਦੋਵੇਂ ਕੰਮ ਫਕੀਰੀ ਤੇ ਇਸ਼ਕ ਔਖੇ। ਦੋਵੇਂ ਕੰਮ ਫਕੀਰੀ ਤੇ ਇਸ਼ਕ ਔਖੇ। ਦੁਨੀਆ ਸਮਝਦੀ ਇਹ ਕੰਮ ਵੇਲੇ। ਵਾਹ ਵਾਹ ਵਾਹ। ਉਹ ਇੱਕ ਨਾ ਜੀ ਪੰਜਾਬੀ ਦੇ ਸ਼ਾਇਰ ਨੇ ਸਾਡੇ ਇੱਥੇ ਆ ਹਜ਼ਰਤ ਭੀਖਾ ਰਹਿਮਤੁल्लाह। ਉਹ ਫਰਮਾਉਂਦੇ ਆ ਵੀ ਭੀਖਾ ਫਕੀਰੀ ਕਠਨ ਹੈ ਵੀ ਲੋਕਾਂ ਭਾਣੇ ਖੇਲ। ਚੁੱਲ੍ਹਾ ਬਿਸਤਰਾ ਫੂਕੀਏ ਤੇ ਤਾਂ ਸਾਹਿਬ ਨਾ ਮੇਲ। ਤੇ ਅੱਛਾ ਜੀ ਇਹ ਤੁਹਾਨੂੰ ਇੱਕ ਤਾਂ ਤੁਸੀਂ ਇੱਕ ਗੀਤ ਵੀ ਗਾਉਂਦੇ ਹੈ ਜੀ ਤੇ ਇਹ ਫਿਰ ਤੁਹਾਨੂੰ ਜਿਹੜੀ ਇਦਾਂ ਮੈਂ ਦੇਖੀ ਵੀ ਇੱਕ ਹੁੱਬ ਜੀ ਆ ਹੈ ਵੀ ਤਸ ਜੀ ਆ ਰੱਬ ਦੀ। ਇਹ ਬੜੇ ਬਖਤਾਂ ਵਾਲਿਆਂ ਨੂੰ ਹੁੰਦੀ। ਇਹ ਮੈਂ ਕਹਿੰਦਾ ਵੀ ਇਹ ਤਾਂ ਬੜੇ ਬਖਤਾਂ ਵਾਲਿਆਂ ਨੂੰ ਹੁੰਦੀ ਵੀ ਇਹ ਤੁਸੀਂ ਐਡੀ ਉਮਰ ਵੀ ਲੰਬੀ ਉਮਰ ਤੁਹਾਡੀ ਗੀਤ ਗੁੱਤ ਵੀ ਗਾਉਂਦੇ ਆ। ਜਿਹੜਾ ਬੰਦਾ ਇਦਾਂ ਜੁੜਿਆ ਹੋਵੇ ਟੈਲੀਵਿਜ਼ਨ ਕੈਮਰੇ ਨਾਲ ਅੱਗੇ ਪਿੱਛੇ ਤੇ ਉਹਦੀ ਬੈਠਣੀ ਉੱਠਣੀ ਵੀ ਹੁੰਦੀ ਅਦਾਕਾਰਾਂ ਨਾਲ ਫਨਕਾਰਾਂ ਨਾਲ ਹੁੰਦੀ। ਤੇ ਫਨਕਾਰਾਂ ਦੇ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਉਹ ਇਸ ਬੂਟੇ ਨੂੰ ਪਾਣੀ ਲਾਣ ਸਵੇਰ ਸ਼ਾਮ ਹੈ। ਤੇ ਤੁਸੀਂ ਇਹ ਕਿਦਾਂ ਮੈਨੂੰ ਇਦਾਂ ਲੱਗਦਾ ਕਿ ਜੁੜਿਆ ਹਰ ਕੋਈ ਹੁੰਦਾ ਬਸ ਮਹਿਸੂਸ ਨਹੀਂ ਕਰਦਾ। ਵਾਹ ਵਾਹ ਵਾਹ। ਹੈ ਨਾ ਹੁਣ ਮੇਰੇ ਪੋਟਿਆਂ ਦੇ ਵਿੱਚ ਲਹੂ ਤਾਂ ਹਰਦਮ ਹੀ ਚੱਲਦਾ ਪਰ ਜਦੋਂ ਅਸੀਂ 5 ਮਿੰਟ ਐ ਕਰਕੇ ਬਹਿ ਜਾਈਏ ਤਾਂ ਪੋਟਿਆਂ ਦੀ ਹਰਕਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ। ਵਾਹ ਵਾਹ ਵਾਹ।
ਜੇ ਹਰਕਤ ਨਹੀਂ ਵੀ ਮਹਿਸੂਸ ਹੋ ਰਹੀ ਪਰ ਲਹੂ ਤਾਂ ਚੱਲ ਹੀ ਰਿਹਾ ਨਾ ਚੱਲ ਬੰਦਿਆਂ ਦਾ, ਹੈ ਨਾ। ਬਸ ਉਹ ਆਪਣੇ ਖਿਆਲ ਨੂੰ ਉੱਥੇ ਟਿਕਾਉਣ ਦੀ ਗੱਲ ਹੁੰਦੀ ਹੈ ਨਾ। ਤੇ ਉਹ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਟਿਕਾ ਆ ਇਹ ਕਿਸੇ ਥਾਂ ਦਾ ਜਾਂ ਕਿਸੇ ਪੇਸ਼ੇ ਦਾ ਮੁਹਤਾਜ ਹੈ ਵੀ ਇਸ ਪੇਸ਼ੇ 'ਚ ਨਹੀਂ ਹੋ ਸਕਦਾ, ਉਸ ਪੇਸ਼ੇ 'ਚ ਨਹੀਂ ਹੋ ਸਕਦਾ। ਇਦਾਂ ਦੀਆਂ ਮਿਸਾਲਾਂ ਵੀ ਨੇ ਵੀ ਕਸਾਈ ਦੇ ਫੱਟੇ ਤੇ ਬੈਠਿਆਂ ਵੀ ਅਧਿਆਤਮ ਦਾ ਸਿਖਰ ਮਿਲਿਆ। ਓਏ ਹੋਏ ਹੋਏ ਵਾਹ ਥੱਕ ਥੁੱਕ ਕੇ ਇਹਨਾਂ ਦੇ ਕਮਰੇ 'ਚ ਆ ਕੇ ਬਹਿ ਗਏ ਤੇ ਭਾਈ ਸਵਰਨਨਾਥ ਆ ਗਿਆ ਤੇ ਇਹਨਾਂ ਨੇ ਕਰਨਾ ਇੰਟਰਵਿਊ। ਤੇ ਹੁਣ ਆਪਾਂ ਸੁਣਨੀਆਂ ਦੀਆਂ ਗੱਲਾਂ, ਨੀਂਦ ਉੱਡ ਜਾਣੀ ਇਹਨਾਂ ਦੀਆਂ ਗੱਲਾਂ ਸੁਣਨੀਆਂ ਨਾ, ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ। 12:30 ਵਜੇ ਦਾ ਵੇਲਾ ਜੀ ਤੇ ਮੈਨੂੰ ਤਾਂ ਚਲੋ ਜਾਗਣ ਦੀ ਆਦਤ ਹੈ ਜੀ। ਮੈਂ ਨਾ ਉੱਥੇ ਵੀ ਆਪਣੇ ਪੰਜਾਬ ਤੇ ਰਾਤੀ ਲਗਭਗ 2-2:30 ਵਜੇ ਸੌਂਦਾ। ਮੇਰੇ ਰੇਡੀਓ ਦਾ ਕੰਮ ਹੁੰਦਾ, ਕੁਝ ਖਬਰਾਂ ਦਾ ਹੁੰਦਾ, ਤੇ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਮੈਂ ਤੁਹਾਡੀ ਨੀਂਦ ਦੇ ਵਿੱਚ ਖਲਲ ਪੈਦਾ ਕਰੂੰਗਾ, ਵਿਘਨ ਪਾਉਂਗਾ। ਸਾਨੂੰ ਇਸ ਗੱਲ ਦਾ ਤੁਹਾਨੂੰ ਦੁੱਖ ਆ ਤੇ ਸਾਨੂੰ ਖੁਸ਼ੀ ਆ ਵੀ ਸਾਡੇ ਲਾਗੇ ਬਹਿ ਕੇ ਤੁਸੀਂ ਉਹ ਗੱਲਾਂ ਕਰੋਗੇ ਜਿਹੜੀਆਂ ਅਸੀਂ ਮੋਬਾਈਲ ਤੇ ਕਿਤੇ ਦੂਰੋਂ ਦਾ ਮੰਗਦੇ। ਅੰਜੂ ਸਰੋਆ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਜੀ ਤੇ ਇਹਨਾਂ ਨੂੰ ਅਸੀਂ ਸੁਣਦੇ ਹਾਂ ਬੜੀਆਂ ਦੇਸੀ ਠੇਠ। ਅਸੀਂ ਬਠਿੰਡੇ ਵਾਲੇ ਗੱਲ ਕਹਿੰਦੇ ਹੁੰਦੇ ਆ ਕਿ ਬਠਿੰਡੇ ਦੀ ਕੱਕੇ ਰੇਤੇ ਵਰਗੀ ਬੋਲੀ, ਕੱਕੇ ਰੇਤੇ ਵਰਗੀ ਐ ਮੁਰਮੁਰੀ ਭੁਰਦੀ ਹੈ ਜਿਹੜੀ, ਉਸ ਤਰੀਕੇ ਨਾਲ ਜਿਵੇਂ ਨਾ ਚਾਹ ਦੇ ਵਿੱਚ ਬਿਸਕੁਟ ਡੁੱਬ ਜੇ ਤਾਂ ਇਉਂ ਲੱਗਦਾ ਕਿ ਜਦੋਂ ਉਹਨੂੰ ਦੁੱਖ ਹੁੰਦਾ, ਜਦੋਂ ਅਗਲਾ ਉਹਨੂੰ ਕੱਢਣ ਜਾਵੇ ਤੇ ਉਹ ਵੀ ਡੁੱਬ ਜੇ। ਮੈਂ ਮੂੰਹ ਉਤਾਰੇ ਮੈਂ ਕਰਕੇ ਤੇ ਮੂੰਹ ਧੋ ਕੇ ਤੇ ਅਸੀਂ ਉਹ ਗੱਲਾਂ ਕਰਨੀਆਂ। ਤੁਹਾਡਾ ਕਿਸਾ ਕੀ ਸ਼ੇਰਾਂ ਦੇ ਮੂੰਹ ਕਿਨੇ ਧੋਤੇ? ਹਾਏ ਹਾਏ ਕੀ ਆ ਰਿਹਾ ਤੈਨੂੰ? ਨਾਲੇ ਮੈਂ ਆਇਆ ਕਿੱਥੋਂ? ਮੂਤ ਕਰਕੇ 1 ਮਿੰਟ ਦੇ ਵਿੱਚ ਆ। ਦੇਖੋ ਇਹ ਠੇਠਤਾ ਸਾਡੀ, ਮੈਂ ਕਰਕੇ ਆਇਆ। ਨਹੀਂ ਤਾਂ ਹੋਰ ਜੇ ਕਿਤੇ ਹੋਰ ਕੋਈ ਜੁਗਤਾਂ ਵਾਲੇ ਹੁੰਦਾ ਕਿ ਅੱਛਾ ਨਿਕਲ ਗਿਆ ਜੀ। ਚਲੋ ਸ਼ੁਕਰ। ਸੋ ਆਹਾਂ ਹੀ ਸੌਣਾ ਹੁਣ ਤੇ ਨਾਲੇ ਇਹਨਾਂ ਦੀਆਂ ਗੱਲਾਂ ਸੁਣਨੀਆਂ। ਗੱਲਾਂ ਸੁਣਨ ਪਰ ਤੋਂ ਨਾਸਰ ਬਾਅਦ ਸਾਹਿਬ ਤੁਹਾਡਾ ਨਾ, ਨਾਸਰ ਸਾਹਿਬ ਇਹ ਸੱਚੀ ਗੱਲ ਆ, ਬੜੀ ਨਿਰਪੱਖ ਗੱਲ ਆ ਇਹ। ਤੁਹਾਡੇ ਸ਼ੁਭ ਚਿੰਤਕਾਂ ਦੀ ਗਿਣਤੀ ਚੋਖੀ ਆ ਤੇ ਇਸ ਗੱਲ ਦੀ ਬੜੀ ਸੋਹਣੀ ਤਸੱਲੀ ਆ। ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਬੜੇ ਸੁਲੱਖਣੇ ਤਰੀਕੇ ਨਾਲ ਕਰਦੇ ਆ। ਧੀ ਦੀ ਭੈਣ ਦੀ ਨਹੀਂ ਕਰਦੇ, ਪਿਆਰ ਦੀ ਗੱਲ ਕਰਦੇ, ਮੁਹੱਬਤ ਦੀ ਗੱਲ ਕਰਦੇ ਆ ਤੇ ਤੁਹਾਡਾ ਚੋਖਾ ਪ੍ਰਭਾਵ ਆ। ਇਹ ਤੁਸੀਂ ਆ ਜਿਹੜੀ ਗੱਲ ਕਹਿਣ ਦੇ ਨਾ, ਇਹ ਉਸ ਤੋਂ ਵੀ ਚੋਖਾ ਪ੍ਰਭਾਵ ਸਾਡੇ ਤੇ। ਤੁਹਾਡੀ ਮੁਹੱਬਤ, ਤੁਹਾਡੇ ਵਰਗੇ ਵੱਡੇ ਲੋਕ ਸਾਨੂੰ ਇਸ ਤਰ੍ਹਾਂ ਐਪਰੀਸ਼ੀਏਟ ਕਰ ਤੇ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਬਹੁਤ ਧੰਨਵਾਦ। ਲੋ ਜੀ, ਕੀ ਕਹਿੰਦੇ ਨੇ ਵੀ ਮੋਢੇ ਤੇ ਥਾਪੀ ਤੋਂ ਬਲਦ ਤੇ ਮਾਰਦੇ ਮਾਰੀ ਦੀ ਆ ਨਾ, ਜਦੋਂ ਉਹਦਾ ਮਾਲਕ ਉਹਨੂੰ ਮਾਰਦਾ ਵੀ ਚੱਲ ਵੀ ਸੀਆਂ 2 ਕੱਢ, ਤੇ ਬਲਦ ਜਿਹੜਾ ਨਾ ਪਟਾਕੇ ਪਵਾ ਦਿੰਦਾ। ਸੋ ਥਾਪੀ ਕੀ ਕਹਿੰਦੇ ਹੁੰਦੇ ਸਾਡੇ ਮਾਲਕਾਂ ਦੀ ਵੱਜ ਗਈ ਆ। ਮਾਲਕ ਤੇ ਉੱਤੇ ਵਾਲਾ ਵੀ ਆ ਤੇ ਇਹ ਵੀ ਸਾਡੇ ਵੱਡੇ ਆ, ਸਾਡੇ ਗੁਰੂ ਆ, ਉਸਤਾਦ ਆ। ਇਹਨਾਂ ਨੂੰ ਵੇਖਦੇ ਰਹਿੰਦੇ ਆ ਸ਼ੋਜ਼ ਤੇ ਟੀਵੀ ਚੈਨਲ ਤੇ, ਕਿੱਡੀ ਸੋਹਣੀ ਗੱਲਬਾਤ ਕਰਦੇ ਤੇ ਉਹ ਸਾਡੇ ਲਈ ਇਹਨਾਂ ਦਾ ਹੌਸਲਾ ਜਿਹੜਾ ਵਾ ਇੱਕ ਸਮਝ ਲਓ ਵੀ ਹਥਿਆਰ ਹੈ। ਸੋ ਹਥਿਆਰ ਨੂੰ ਹੋਰ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ। ਹਥਿਆਰ ਕੀ ਆ? ਹਥਿਆਰ ਗੱਲਾਂ ਨੇ ਜਿਹੜੀਆਂ ਆਪਾਂ ਸ਼ਬਦਾਂ ਕੈਮਰੇ ਦੇ ਸਾਹਮਣੇ ਆਪਣੇ ਅਲਫਾਜ਼ ਨੂੰ, ਆਪਣੇ ਸ਼ਬਦਾਂ ਨੂੰ ਤੁਹਾਡੇ ਤੱਕ ਰੱਖਦੇ ਆ, ਆਪਣੇ ਜਜ਼ਬਾਤ ਨੂੰ, ਲੋਕਾਂ ਨੂੰ ਮਿਲ ਕੇ ਉਹਨਾਂ ਦੀ ਗੱਲਬਾਤ ਨੂੰ। ਜਿਸ ਤਰ੍ਹਾਂ ਅੱਜ ਤੀਸਰਾ ਦਿਨ ਆ, ਮੈਂ ਆਪਣੇ ਵੀਰ ਸਿੰਘ ਨਾਲ ਟਾਈਮ ਸਪੈਂਡ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਮੈਂ ਮੋਬਾਈਲ ਚਲਾ ਕੇ ਕੁਝ ਗਲਤ ਕਰਦਾ ਜਦੋਂ ਉਹਨਾਂ ਨੂੰ ਰਿਕਾਰਡ ਕਰਦਾ। ਵੀ ਮੇਰਾ ਦਿਲ ਕਰਦਾ ਵੀ ਮੈਂ ਉਹਨਾਂ ਦੀਆਂ ਅੱਖਾਂ ਨੂੰ ਵੇਖਾਂ, ਉਹਨਾਂ ਦੇ ਮੂੰਹ ਨੂੰ ਵੇਖਾਂ ਜਿਹਦੇ ਨਾਲ ਉਹ ਗੱਲਾਂ ਮਿੱਠੀਆਂ ਮਿੱਠੀਆਂ ਕਰਦੇ, ਸੋਹਣੀਆਂ ਸੋਹਣੀਆਂ ਕਰਦੇ। ਤੇ ਫਿਰ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਵੀ ਜੇ ਅਸੀਂ ਮੈਂ ਤੇ ਵੀਰ ਸਿੰਘ ਜਾਂ ਸਵਰਨ ਟੈਣਾ ਜਿੱਥੇ ਬੈਠੇ ਆ ਤੇ ਇਸ ਕੈਮਰੇ ਦਾ ਹੀ ਸਾਰਾ ਕਮਾਲ ਹੈ, ਇਸ ਮੋਬਾਈਲ ਦਾ, ਇਸ ਇੰਟਰਨੈਟ ਦਾ ਕਮਾਲ ਹੈ। ਇੱਕ ਮੈਨੂੰ ਹੋਰ ਬੜੀ ਚੰਗੀ ਗੱਲ ਲੱਗੀ ਵੀ ਅਸੀਂ ਨਾ ਹੁਣ ਜਦੋਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈ ਕੇ ਆਥਣੇ ਤੇ ਲਿਬਰਟੀ ਮਾਰਕੀਟ ਵੱਲ ਗਏ ਵੀ ਚਲੋ ਤੁਰ ਫਿਰ ਕੇ ਆਉਣੇ, ਸਾਡੇ ਗੋਡੇ ਖੁੱਲ ਜਾਂਦੇ ਆ। ਜਿਹੜੇ ਸਾਡੇ ਨਾਲ 2 ਸਰਦਾਰ ਸਤਿਕਾਰਯੋਗ ਜਿਹੜੇ ਦਸਤਾਰ ਸਜਾਉਂਦੇ ਆ, ਯਾਰ ਬਾਈ ਇੰਨੀ ਮੁਹੱਬਤ ਕਰਦੇ ਲੋਕ, ਉਹ ਕਦੇ ਉਹਨਾਂ ਦੇ ਫੇਸ ਵੈਲਿਊ ਨਹੀਂ ਆ ਪਰ ਦਸਤਾਰ ਦੀ ਵੈਲਿਊ ਕਿੰਨੀ ਹੈ। ਆਮ ਸਧਾਰਨ ਸਾਡੇ ਵੀਰ ਆ, ਉਹ ਘਰਾਂ ਦੇ ਵਿੱਚ ਆਮ ਸਧਾਰਨ। ਉਹਨਾਂ ਨੂੰ ਕਹਿੰਦੇ ਸਰਦਾਰ ਸਾਹਿਬ ਤੁਹਾਡੇ ਨਾਲ ਇੱਕ ਪਿਕਚਰ ਕਰਵਾਣੀ ਸੀ ਯਾਰ, ਸਰਦਾਰ ਸਾਹਿਬ ਇੱਕ ਫੋਟੋ ਬਣਵਾਣੀ ਸੀ ਤੁਹਾਡੇ ਨਾਲ। ਸਰਦਾਰ ਅਸੀਂ ਨਾ ਥੋੜਾ ਜਿਹਾ ਸਮਾਨ ਖਾਦਾ ਪੀਤਾ ਉੱਥੇ, ਯਾਰ ਸਰਦਾਰ ਸਾਹਿਬ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਕਿੰਨੀ ਮੁਹੱਬਤ ਆ ਤੁਹਾਡੇ ਵਿੱਚ, ਕਿੰਨੀ ਮੁਹੱਬਤ ਆ ਸਰਦਾਰੀ ਦੇ ਲਈ, ਪੱਗ ਦੇ ਲਈ, ਦਸਤਾਰ ਦੇ ਲਈ। ਸੱਚੀ ਮੁੱਚੀ ਕਦਰਦਾਨ ਆ, ਬਹੁਤ ਮਿਹਰਬਾਨੀ। ਲਓ ਜੀ, ਗੱਲਾਂ ਬਾਤਾਂ ਸਵਰਨ ਭਾਜੀ ਨਾਲ ਤੇ ਵੀਰ ਭਾਈ ਨਾਲ ਮੈਂ ਕਰਨ ਡਿਆ ਸਾਂ ਵੀ ਮੈਨੂੰ ਬਹੁਤ ਆਨੰਦ ਆਉਂਦਾ, ਸਵਾਦ ਆਉਂਦਾ, ਨੀਂਦ ਉੱਡ ਜਾਂਦੀ ਉਹਨਾਂ ਦੀਆਂ ਗੱਲਾਂ ਜਦੋਂ ਸੁਣਦੇ ਨਾ, ਉਹਨਾਂ ਦੀਆਂ ਅੱਖਾਂ ਵੱਲ ਵੇਖਦੇ, ਉਹਨਾਂ ਦੇ ਬੋਲਾਂ ਵੱਲ ਵੇਖਦੇ ਆ ਵੀ ਉਹ ਰੱਬ ਦੀ ਗੱਲ ਕਰਦੇ, ਉਹ ਫਕਰਾਂ ਵਾਲੀ ਗੱਲ ਕਰਦੇ, ਉਹ ਫਕੀਰੀ ਵਾਲੀ ਗੱਲ ਕਰਦੇ ਆ। ਉਹ ਸੂਫੀਆ ਕਰਾਮ ਦੀ ਜਿਹੜੀ ਸ਼ਾਇਰੀ ਆ ਉਹਨੂੰ ਜਦੋਂ ਸੁਣਾਉਂਦੇ ਆ ਤਾਂ ਬਹੁਤ ਵਧੀਆ ਲੱਗਦਾ। ਸੋ ਅਗਲੇ ਕੁਝ ਦਿਨ ਹੋਰ ਉਹਨਾਂ ਦੇ ਨਾਲ ਆਪਾਂ ਬਿਤਾਵਾਂਗੇ, ਗੱਲਬਾਤ ਜਿਹੜੀ ਆ ਇਸੇ ਕੈਮਰੇ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ। ਲੇਕਿਨ ਜਿਵੇਂ ਇਹਨਾਂ ਨੇ ਐਪਰੀਸ਼ੀਏਟ ਕੀਤਾ, ਦੱਸਿਆ, ਉਸ ਤਰ੍ਹਾਂ ਤੁਸੀਂ ਵੀ ਜ਼ਰੂਰ ਦੱਸਿਓ
ਕਿ ਅਸੀਂ ਠੀਕ ਜਾ ਰਹੇ ਹਾਂ, ਸਿਮਤ ਸਾਡੀ ਠੀਕ ਹੈ, ਡਾਇਰੈਕਸ਼ਨ ਸਾਡੀ ਠੀਕ ਹੈ, ਕੁਝ ਗਲਤ ਤੇ ਨਹੀਂ। ਇਹ ਕਿਵੇਂ ਪਤਾ ਲੱਗੂਗਾ? ਤੁਹਾਡੇ ਕਮੈਂਟ ਦੱਸਣਗੇ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਅਸੀਂ ਇਸ ਸਿਲਸਿਲੇ ਨੂੰ ਇਹਨੂੰ ਕੰਟੀਨਿਊ ਰੱਖਾਂਗੇ। ਮਿਲਦੇ ਹਾਂ ਤੁਹਾਨੂੰ ਫੇਰ ਕੱਲ ਇੱਕ ਨਵੇਂ ਵੀਡੀਓ 'ਚ, ਨਵੇਂ ਵਲੌਗ ਦੇ ਨਾਲ। ਰੱਬ ਰੱਖ।